ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ। ਨਦਰ ਕਰਨੀ ਮਹਾਰਾਜ, ਸ਼ਬਦ ਦੀ ਵਿਚਾਰ ਕਿਰਪਾ ਰਹੇ ਮਹਾਰਾਜ, ਆਪ ਦੀ ਸ਼ਬਦ ਦੀ ਵਿਚਾਰ ਆਪ ਦੀ ਹਜ਼ੂਰੀ ਵਿੱਚ ਰਹੇ। ਇਹ ਨਦਰ ਆਪ ਕਰ ਦੇਣੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ 23ਵੀਂ ਪੌੜੀ ਦੀ ਵਿਚਾਰ ਕਰਨੀ ਹੈ। ਜੇ ਆਪ ਚੋਂ ਕੋਈ ਪੌੜੀ ਪੜ੍ਹ ਦੇ ਫਿਰ ਅਸੀਂ ਵਿਚਾਰ ਸ਼ੁਰੂ ਕਰੀਏ। ਵਾਹਿਗੁਰੂ ਜੀ। ਸਾਲਾ ਹੀ ਸਾਲਾ ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ ਹਮੇ ਸਮੁੰਦ ਨਾ ਜਾਣੀਐ। ਸਮੁੰਦ ਸ਼ਾਹ ਸੁਲਤਾਨ ਗਿਰਹਾ ਸਵੇਤੀ ਮਾਲ ਤਨ, ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ। ਵਾਹਿਗੁਰੂ ਜੀ। ਮਹਾਰਾਜ ਨੇ ਇਸ ਪੌੜੀ ਵਿੱਚ ਸਾਨੂੰ ਕੁਝ ਸਿਧਾਂਤਕ ਦਰਸ਼ਨ ਕਰਾਏ ਹਨ। ਜੀਵਨ ਵਿੱਚ ਅਸੀਂ ਜਦੋਂ ਵਿਵਹਾਰਕ ਤੌਰ 'ਤੇ ਕਾਰੋਬਾਰ ਜਾਂ ਹੋਰ ਕਾਰਜਾਂ ਵਿੱਚ ਉਤਰਦੇ ਹਾਂ, ਉਹਦੇ ਵਿੱਚ ਕੰਪੀਟੀਸ਼ਨ ਰਹਿੰਦਾ ਹੈ। ਤਾਂ ਸਾਨੂੰ ਵਿਵਹਾਰਕ ਤੌਰ 'ਤੇ ਇਹ ਆਦਤ ਹੈ ਕਿ ਅਸੀਂ ਹਰ ਚੀਜ਼ ਦਾ ਨਾਪ ਤੋਲ ਕਰਕੇ ਚੱਲਦੇ ਹਾਂ। ਸਮਝਣਾ ਚਾਹੁੰਦੇ ਹਾਂ ਬਈ ਅਸੀਂ ਕੀ ਪ੍ਰਾਪਤ ਕੀਤਾ, ਕੀ ਨਹੀਂ ਪ੍ਰਾਪਤ ਕੀਤਾ, ਅਤੇ ਸਾਡੇ ਤੋਂ ਜ਼ਿਆਦਾ ਕਿਸ ਨੂੰ ਮਿਲ ਗਿਆ, ਸਾਡੇ ਤੋਂ ਘੱਟ ਕਿਸ ਨੂੰ ਮਿਲ ਗਿਆ। ਇਸੇ ਤਰ੍ਹਾਂ ਅਸੀਂ ਜੀਵਨ ਨੂੰ ਸਮਝਦੇ ਹਾਂ। ਪਰ ਜੀਵਨ ਦੀ ਡਾਇਮੈਂਸ਼ਨਸ ਕਈ ਨੇ। ਇੱਕ ਡਾਇਮੈਂਸ਼ਨ ਤਾਂ ਇਹ ਹੈ ਜਿਹੜੀ ਅਸੀਂ ਜੀ ਰਹੇ ਹਾਂ। ਵਿਵਹਾਰਕ ਤੌਰ 'ਤੇ ਪਰਿਵਾਰ ਵਿੱਚ ਜੀ ਰਹੇ ਹਾਂ, ਕੰਮ ਕਾਰਜ ਕਰਦੇ ਹਾਂ, ਵਿਚਾਰਾਂ ਨਾਲ ਅਸੀਂ ਗਾਈਡ ਹੁੰਦੇ ਹਾਂ। ਜੋ ਸਾਡੇ ਵਿਚਾਰ ਨੇ, ਸੰਸਕਾਰ ਨੇ, ਉਸੇ ਤਰ੍ਹਾਂ ਅਸੀਂ ਜੀਵਨ ਸਾਡਾ ਢਲਦਾ ਜਾਂਦਾ ਹੈ। ਮਹਾਰਾਜ ਸਾਨੂੰ ਹੁਣ ਉਸ ਡਾਇਮੈਂਸ਼ਨ ਦੀ ਗੱਲ ਕਰ ਰਹੇ ਹੈ ਜਿੱਥੇ ਸੁਰਤ ਇਕਾਗਰ ਹੋ ਕਰ ਨਿਰੰਕਾਰ ਦੇ ਚਰਨਾਂ 'ਚ ਲੀਨ ਹੈ, ਸ਼ਬਦ ਵਿੱਚ ਲੀਨ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਪਹਿਲਾਂ ਸੁਰਤ ਨੂੰ ਸਮਝੀਏ ਕਿ ਸੁਰਤ ਕੀ ਹੈ, ਤਾਂ ਕਿ ਇਸ ਸੁਰਤ ਦਾ ਗਿਆਨ, ਸੁਰਤ ਬਾਰੇ ਗਿਆਨ ਸਾਨੂੰ ਸਮਝ ਆ ਜਾਏ। ਵੈਸੇ ਤਾਂ ਸੁਰਤ ਇਕਾਗਰ ਮਨ ਨੂੰ ਕਿਹਾ ਜਾਂਦਾ ਹੈ। ਜਦੋਂ ਮਨ ਇਕਾਗਰ ਹੋ ਜਾਂਦਾ ਹੈ ਤਾਂ ਅਸੀਂ ਉਸ ਨੂੰ ਸੁਰਤ ਕਹਿੰਦੇ ਹਾਂ। ਜਦੋਂ ਕਈ ਵਾਰ ਕਿਸੇ ਮਸਲੇ 'ਤੇ ਸਾਨੂੰ ਕੰਟਰੋਲ ਖਤਮ ਹੁੰਦਾ ਦਿਖਦਾ ਹੈ ਤਾਂ ਬਾਦਫਾ ਗੁੱਸਾ ਆਉਂਦਾ ਹੈ, ਨਾਰਾਜ਼ਗੀ ਆਉਂਦੀ ਹੈ, ਪਰ ਉਹ ਬੜੀ ਜਲਦੀ ਫਿਰ ਚਲੀ ਵੀ ਜਾਂਦੀ ਹੈ। ਇਹ ਕਿਸ ਤਰ੍ਹਾਂ ਹੁੰਦਾ ਹੈ? ਮਨ ਦੀ ਕਨਫਿਊਜ਼ਨ ਵਿੱਚ ਜਦੋਂ ਮਨ ਇਕਾਗਰ ਹੋ ਜਾਏਗਾ ਤਾਂ ਫਿਰ ਉਹਦੇ 'ਚ ਵਰੀ ਨਹੀਂ ਰਹੇਗੀ। ਉਹਦੇ 'ਚ ਨਾ ਡਰ ਰਹੇਗਾ, ਨਾ ਉਹਦੇ ਵਿੱਚ ਹੰਕਾਰ ਰਹੇਗਾ, ਨਾ ਉਹਦੇ ਵਿੱਚ ਐਂਗਰ ਰਹੇਗਾ। ਤਾਂ ਅਸੀਂ ਕਈ ਵਾਰ ਇਸ ਐਂਗਰ ਦੇ ਜ਼ਰੀਏ ਵੀ ਇਕਾਗਰਤਾ ਵਿੱਚ ਚਲੇ ਜਾਂਦੇ ਹਾਂ। ਕ੍ਰੋਧ ਦੇ ਜ਼ਰੀਏ ਵੀ ਅਸੀਂ ਇਕਾਗਰਤਾ ਵਿੱਚ ਚਲੇ ਜਾਂਦੇ ਹਾਂ, ਕਿਉਂਕਿ ਕ੍ਰੋਧ ਇੱਕ ਇਮੋਸ਼ਨਲ ਐਨਰਜੀ ਹੈ। ਸਾਨੂੰ ਦੁਆਇਤ ਤੋਂ ਇਕਾਗਰਤਾ ਵਿੱਚ ਲੈ ਜਾਂਦੀ ਹੈ, ਫਿਰ ਬੜੀ ਜਲਦੀ ਗੁੱਸਾ ਖਤਮ ਵੀ ਹੋ ਜਾਂਦਾ ਹੈ।
ਮੈਂ ਆਪ ਨੂੰ ਇੱਕ ਐਗਜ਼ਾਮਪਲ ਦੇ ਰਿਹਾ ਤਾਂ ਕਿ ਸਮਝ ਆ ਸਕੇ ਕਿ ਅਸੀਂ ਉਸ ਜੀਵਨ ਵਿੱਚ ਵੀ ਜਾਂਦੇ ਹਾਂ, ਉਸ ਪਹਿਲੂ ਵਿੱਚ ਵੀ ਜਾਂਦੇ ਹਾਂ ਜੀਵਨ ਦੇ, ਜਿਸ ਨੂੰ ਅਸੀਂ ਇਕਾਗਰ ਮਨ ਕਹਿੰਦੇ ਹਾਂ। ਅਸੀਂ ਸਾਰੇ ਜਾਂਦੇ ਹਾਂ। ਕੇਵਲ ਮੇਰੀ ਗੱਲ ਨਹੀਂ ਹੈ ਜਾਂ ਕਿਸੇ ਹੋਰ ਦੀ ਗੱਲ ਨਹੀਂ ਹੈ, ਅਸੀਂ ਸਾਰਿਆਂ ਕੋਲ ਉਹ ਐਬਿਲਿਟੀ ਹੈ। ਹਾਂ, ਉਹਦੇ ਵਿੱਚ ਕਿਤਨਾ ਗਹਿਨ ਉਤਰ ਸਕਦੇ ਹਾਂ, ਇਹ ਕੁਝ ਫਰਕ ਹੋ ਸਕਦਾ ਹੈ, ਪਰ ਅਸੀਂ ਸਾਰੇ ਜਾਣਦੇ ਹਾਂ। ਸੁਰਤ ਦੀ ਆਪਣੀ ਕੋਈ ਕੁਆਲਿਟੀ ਨਹੀਂ ਹੈ, ਨਾ ਚੰਗੀ ਨਾ ਮਾੜੀ। ਮਨ ਇਕਾਗਰ ਹੋ ਗਿਆ, ਉਸ ਨੂੰ ਅਸੀਂ ਕਹਿਣ ਵਾਸਤੇ ਮੈਂ ਨੈਗੇਟਿਵ ਪੋਜ਼ੀਟਿਵ ਸ਼ਬਦ ਵਰਤ ਰਿਹਾ। ਨਿਰੰਕਾਰ ਦੇ ਸਾਹਮਣੇ ਕੋਈ ਨੈਗੇਟਿਵ ਪੋਜ਼ੀਟਿਵ ਹੈ ਨਹੀਂ, ਪਰ ਇਕਾਗਰ ਮਨ ਨੂੰ ਅਸੀਂ ਉਹੋ ਜਿਹੇ ਸੰਸਾਰ ਵੱਲ ਤੋਰ ਦਿੱਤਾ, ਉਹਦਾ ਧਿਆਨ ਅਸੀਂ ਸੰਸਾਰ ਵੱਲ ਕਰ ਦਿੱਤਾ, ਅਤੇ ਉਹ ਸੰਸਾਰ ਵੱਲ ਟੁਰ ਪਏਗਾ। ਭਾਵੇਂ ਕਿਸੇ ਵੀ ਭਾਵ ਵਿੱਚ ਹੋ ਗਿਆ, ਕਿਸੇ ਕਾਰਜ ਕਰਕੇ ਹੋ ਗਿਆ, ਕਿਸੇ ਰਿਲੇਸ਼ਨਸ਼ਿਪ ਵਿੱਚ ਹੋ ਗਿਆ, ਕੋਈ ਮਸਲੇ ਵਿੱਚ ਮੈਂ ਕੁਝ ਪ੍ਰੋਜੈਕਟ ਕਰ ਰਿਹਾ, ਉਹਦੇ ਵਿੱਚ ਇਕਾਗਰਤਾ ਵਿੱਚ ਉਤਰ ਗਿਆ। ਕਈ ਚੀਜ਼ਾਂ ਦਾ ਰੰਗ, ਜਿਹੜੇ ਕਾਰਜ ਅਸੀਂ ਕਰਦੇ ਹਾਂ ਉਹਨਾਂ ਦਾ ਰੰਗ ਬੜਾ ਨਿਊਟਰਲ ਹੈ। ਮੈਂ ਕੁਝ ਪ੍ਰੋਫੈਸ਼ਨਲ ਕਾਰਜ ਕਰ ਰਿਹਾ, ਉਹਦੇ ਵਿੱਚ ਇਕਾਗਰ ਹੋ ਕੇ ਮੈਂ ਕੰਮ ਕਰ ਰਿਹਾ। ਇਕਾਗਰਤਾ ਮੈਨੂੰ ਇੱਕ ਗਿਫਟ ਦੀ ਤਰ੍ਹਾਂ ਮਹਿਸੂਸ ਹੋਏਗੀ, ਹਾਰਮਨੀ ਨਜ਼ਰ ਆਏਗੀ, ਔਰ ਉਸ ਕਾਰਜ ਦਾ ਮੇਰੇ 'ਤੇ ਕੋਈ ਬਹੁਤਾ ਰੰਗ ਨਹੀਂ ਚੜ੍ਹਨ ਵਾਲਾ। ਪਰ ਅਗਰ ਇਸੇ ਇਕਾਗਰਤਾ ਨੂੰ ਮੈਂ ਕ੍ਰੋਧ ਦੇ ਨਾਲ ਮਿਲਾ ਕੇ ਕਿਸੇ ਦੇ ਈਰਖਾ ਵਿੱਚ ਪੈ ਜਾਵਾਂ, ਤਾਂ ਇਹ ਕਰਮ ਬਣ ਗਿਆ, ਔਰ ਇਹ ਕਰਮ ਮੇਰੇ ਨਾਲ ਚੱਲੇਗਾ। ਹੁਣ ਕਿਸੇ ਦਾ ਮੈਂ ਨੁਕਸਾਨ ਕਰ ਦਿੱਤਾ, ਮੈਂ ਬਹੁਤ ਜ਼ਿਆਦਾ ਇਕਾਗਰ ਹੋ ਕੇ ਕਿਸੇ ਬਾਰੇ ਕ੍ਰੋਧਿਤ ਹੋ ਰਿਹਾ, ਤਾਂ ਉਹਦੀ ਪ੍ਰਤੀਬਿੰਬ ਮੇਰੇ ਮਨ 'ਤੇ ਉਹਦਾ ਅਕਸ ਪੈ ਰਿਹਾ। ਮੇਰਾ ਮਨ ਹੁਣ ਉਸ ਚੀਜ਼ ਨੂੰ ਸਮਝ ਰਿਹਾ, ਪਕੜ ਰਿਹਾ ਕਿ ਮੇਰੇ ਜੀਵਨ ਦੇ ਵਿੱਚ ਮੈਂ ਕੀ ਕਰ ਰਿਹਾ, ਔਰ ਉਹ ਰਿਫਲੈਕਸ਼ਨ ਹੁਣ ਮਨ ਦੇ ਵਿੱਚ ਰਹੇਗੀ। ਇਹ ਕਰਮ ਦੀ ਫਿਰ ਹੌਲੇ ਹੌਲੇ ਸੰਸਕਾਰ ਬਣ ਜਾਏਗੀ। ਕਈ ਵਾਰੀ ਅਸੀਂ ਕੋਈ ਨੈਗੇਟਿਵ ਕਰਮ ਇੱਕ ਆਦਤ ਦੀ ਤਰ੍ਹਾਂ ਵੀ ਕਰਦੇ ਹਾਂ। ਨੈਗੇਟਿਵ ਕੀ ਮਤਲਬ ਹੋਇਆ? ਜਿਹੜਾ ਸਾਨੂੰ ਦੁਨੀਆ ਨਾਲ ਜੋੜਦਾ ਹੈ। ਇੱਕ ਆਦਤ ਦੀ ਤਰ੍ਹਾਂ ਬਾਰ-ਬਾਰ ਅਸੀਂ ਉਹੀ ਕਰਮ ਕਰਦੇ ਰਹਿੰਦੇ ਹਾਂ। ਦੂਜੇ ਨੂੰ ਦੋਸ਼ ਦੇਣਾ, ਦੂਸਰੇ ਦਾ ਨੁਕਸਾਨ ਕਰਨਾ, ਇਹ ਵੀ ਲੋਕਾਂ ਦੀ ਆਦਤ ਹੋ ਸਕਦੀ ਹੈ। ਤਾਂ ਇਹਦੇ ਵਿੱਚ ਸੁਰਤ ਦਾ ਕੋਈ ਦੋਸ਼ ਨਹੀਂ ਹੈ। ਸਾਡੇ ਮਨ ਦੀ ਮਲੀਨਤਾ ਦਾ ਕਾਰਨ ਹੈ। ਮਲੀਨਤਾ ਦਾ ਮਤਲਬ ਹੋਇਆ ਕਿ ਐਨਰਜੀ ਗ੍ਰੋਸ ਹੈ। ਗ੍ਰੋਸ ਦਾ ਮਤਲਬ ਜੀਵਨ ਦੇ ਨਾਲ ਜੁੜਿਆ ਹੈ। ਜੀਵਨ ਨੂੰ ਛੱਡਣਾ ਨਹੀਂ ਚਾਹੁੰਦਾ। ਇਹ ਇਕਾਗਰਤਾ ਨੂੰ ਨਿਰੰਕਾਰ ਵੱਲ ਨਹੀਂ ਲਿਜਾਣਾ ਚਾਹੁੰਦਾ। ਇਹ ਸਾਡੀ ਚੋਇਸ ਹੈ, ਇਹ ਸਾਡੀ ਮਨ ਦੀ ਮਰਜ਼ੀ ਹੈ। ਅਸੀਂ ਐਕਸਪੀਰੀਅੰਸ ਵਿੱਚ ਇਹ ਜਾਣਿਆ ਹੈ ਕਿ ਇਹੀ ਠੀਕ ਹੈ, ਜਾਂ ਫਿਰ ਸੰਸਕਾਰ ਇਤਨੇ ਗਹਿਨ ਹੋ ਗਏ ਹਨ, ਇਤਨੇ ਜਨਮਾਂ ਤੋਂ ਮਨ ਵਿੱਚ ਪਲ ਰਹੇ ਹਨ ਕਿ ਉਸ 'ਤੇ ਸਾਨੂੰ ਕਾਬੂ ਨਹੀਂ ਹੈ। ਉਹ ਸਾਨੂੰ ਕੰਟਰੋਲ ਕਰਦੇ ਹੈ, ਅਸੀਂ ਉਹਨੂੰ ਕੰਟਰੋਲ ਨਹੀਂ ਕਰਦੇ। ਤਾਂ ਇਹ ਜਿਸ ਤਰ੍ਹਾਂ ਕੋਈ ਅਨਅਵੇਅਰ ਹੁੰਦਾ ਹੈ ਔਰ ਉਹਦੇ ਨਾਲ ਉਹ ਕਰਮ ਕਰਦਾ ਚੱਲਦਾ ਹੈ। ਜਿਵੇਂ ਕੋਈ ਇਨਸਾਨ ਸਲੀਪ ਵਾਕਿੰਗ ਕਰਦਾ ਹੈ, ਰਾਤ ਨੂੰ ਸੁੱਤਾ ਹੈ, ਉਹਨੂੰ ਪਤਾ ਹੀ ਨਹੀਂ, ਔਰ ਉਹ ਟੁਰ ਰਿਹਾ ਹੈ। ਕਰਮ ਤਾਂ ਉਹਦਾ ਹੀ ਹੈ। ਇਸੇ ਤਰ੍ਹਾਂ ਅਸੀਂ ਕਈ ਕਰਮਾਂ ਵਿੱਚ ਵੀ ਉਤਰ ਜਾਂਦੇ ਹਾਂ। ਸਾਨੂੰ ਆਦਤ ਪੈ ਜਾਂਦੀ ਹੈ ਕਿ ਦੂਸਰੇ ਨਾਲ ਕੋਈ ਨੁਕਸਾਨ ਹੋਇਆ ਤਾਂ ਦੂਸਰੇ ਨੂੰ ਦੋਸ਼ ਦੇ ਕੇ ਉਹਦੇ ਨਾਲ ਨਾਰਾਜ਼ ਕ੍ਰੋਧ ਦਿਖਾਉਣਾ। ਇਹ ਕ੍ਰੋਧ ਇੱਕ ਆਦਤ ਹੋ ਗਈ। ਹੁਣ ਬਾਰ-ਬਾਰ ਕ੍ਰੋਧ ਵਿਜ਼ਿਟ ਕਰੇਗਾ ਜੀਵਨ ਨੂੰ। ਇਹ ਸੰਸਕਾਰ ਪੱਕਾ ਹੁੰਦਾ ਜਾਏਗਾ। ਜਿਤਨਾ ਪੱਕਾ ਹੁੰਦਾ ਜਾਏਗਾ ਉਤਨਾ ਮੇਰੇ 'ਤੇ ਕੰਟਰੋਲ ਉਹਦਾ ਵੱਧਦਾ ਜਾਏਗਾ, ਉਹ ਰੋਗ ਉਹਦਾ ਵੱਧਦਾ ਜਾਏਗਾ।
ਉਤਨਾ ਉਹ ਮੇਰੇ ਮਨ ਵਿੱਚ ਮੇਰੇ ਮਨ ਨੂੰ ਪੂਰੀ ਤਰ੍ਹਾਂ ਕਾਬੂ ਕਰ ਲਏਗਾ। ਤਾਂ ਇੱਕ ਸ਼ਾਰਟ ਸਰਕਿਟ ਦੀ ਤਰ੍ਹਾਂ ਕ੍ਰੋਧ ਇਸ ਤਰ੍ਹਾਂ ਆਏਗਾ ਕਿ ਪਤਾ ਵੀ ਨਹੀਂ ਲੱਗੇਗਾ ਕਦੋਂ ਆਇਆ। ਇਹ ਸਾਡੇ ਸਾਰਿਆਂ ਨਾਲ ਹੁੰਦਾ ਹੈ। ਇਹ ਮਨ ਦੀ ਮਲੀਨਤਾ ਦੇ ਕਾਰਨ ਹਨ। ਨਾਮ ਅਭਿਆਸ, ਬਾਣੀ ਦੀ ਸੰਗਤ, ਸ਼ਬਦ ਦੀ ਹਜ਼ੂਰੀ ਇਹਨਾਂ ਰੋਗਾਂ ਨੂੰ ਘਟਾਉਣ ਵਾਸਤੇ ਹੈ, ਖਤਮ ਕਰਨ ਵਾਸਤੇ ਹੈ। ਮਹਾਰਾਜ ਨੇ ਸਾਨੂੰ ਸੁਰਤ ਦੀ ਸ਼ਬਦ ਪਹਿਲੇ ਵੀ ਵਰਤਿਆ ਹੈ ਜਪਜੀ ਸਾਹਿਬ ਵਿੱਚ। ਮੰਨੈ ਸੁਰਤ ਹੋਵੇ ਮਨ ਬੁੱਧ। ਜਦੋਂ ਸੁਰਤ ਮੰਨਣ ਵਿੱਚ ਆ ਜਾਏ ਤਾਂ ਮਨ ਵਿੱਚ ਉਹ ਬੁੱਧ ਦਾ ਗਿਆਨ, ਅਵੇਅਰਨੈਸ ਲੈ ਆਉਂਦੀ ਹੈ। ਇਹ ਸੁਰਤ ਦੀ ਪਾਵਰ ਹੈ। ਸੁਰਤ ਇੱਕ ਸ਼ਕਤੀ ਹੈ, ਮਨ ਦੇ ਵਿੱਚ ਵਸਦੀ ਹੈ। ਉਹਨੂੰ ਕਿਵੇਂ ਯੂਜ਼ ਕਰਨਾ ਹੈ ਉਹ ਮੇਰੇ ਮਨ ਦੇ ਐਕਸਪੀਰੀਅੰਸ 'ਤੇ ਡਿਪੈਂਡ ਕਰਦਾ ਹੈ, ਜਾਂ ਸੰਗਤ 'ਤੇ ਡਿਪੈਂਡ ਕਰਦਾ ਹੈ। ਮੈਂ ਕਿਹੋ ਜਿਹੀ ਸੰਗਤ ਰੱਖਦਾ ਹਾਂ, ਮੇਰਾ ਮਨ ਕਿਹੋ ਜਿਹੀ ਸੰਗਤ ਰੱਖਦਾ ਹੈ। ਬਾਦਫਾ ਅਸੀਂ ਕਿਸੇ ਦੀ ਸੰਗਤ ਵੀ ਕਰਦੇ ਹਾਂ, ਪਰ ਮਨ ਕਰਕੇ ਨਹੀਂ ਕਰਦੇ। ਮਨ ਆਪਣੇ ਅੰਦਰ ਹੋਰ ਹੀ ਮਹਿਲ ਇਕੱਠੇ ਕਰਦਾ ਹੈ, ਹੋਰ ਹੀ ਆਡੰਬਰ ਇਕੱਠੇ ਕਰ ਰਿਹਾ ਹੈ। ਉਹਦੇ ਕਾਰਨ ਮਨ ਸੰਗਤ ਕਿਸੇ ਹੋਰ ਹੀ ਡਾਇਮੈਂਸ਼ਨ ਵਿੱਚ ਕਰੀ ਜਾ ਰਿਹਾ ਹੈ। ਜਿਹਦੇ ਨਾਲ ਬੈਠਾ ਹੈ ਉਹਦੀ ਸੰਗਤ ਨਹੀਂ ਕਰਦਾ। ਇਹ ਸਾਰਾ ਜੀਵਨ ਮਨ ਨੂੰ ਜਾਣ ਕੇ ਉਸ ਨੂੰ ਜਿੱਤ ਲੈਣ ਦੀ ਵਿਧੀ ਹੈ। ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਜੀਤਣਾ ਹੈ ਜੀਵਨ ਨੂੰ ਤਾਂ ਮਨ ਨੂੰ ਜਿੱਤ ਲਈਏ। ਔਰ ਸਭ ਕੁਝ ਅਸੀਂ ਜਿੱਤ ਲਿਆ ਜੀਵਨ ਦਾ, ਬਹੁਤ ਬੜਾ ਮਹਿਲ ਇਕੱਠੇ ਕਰ ਲਏ, ਕਾਰੋਬਾਰ ਹੋ ਗਏ, ਨਾਮ ਹੋ ਗਿਆ, ਸ਼ੋਹਰਤ ਹੋ ਗਿਆ, ਵੱਡਾ ਪਰਿਵਾਰ ਹੋ ਗਿਆ, ਅੰਤਤଃ ਦੁੱਖ ਹੀ ਮਿਲਣਾ ਉੱਥੋਂ। ਤੁਰਦੇ ਹੋਏ ਸਾਨੂੰ ਰਾਹ 'ਚ ਨਹੀਂ ਪਤਾ ਲੱਗਦਾ ਬਗਡੰਡੀ ਕਿੱਥੇ ਜਾ ਰਹੀ ਹੈ, ਪਰ ਰਸਤੇ ਵਿੱਚ ਨਿਸ਼ਾਨੀਆਂ ਜ਼ਰੂਰ ਆਉਂਦੀਆਂ ਹਨ। ਸਾਨੂੰ ਪੜ੍ਹਨਾ ਜ਼ਰੂਰੀ ਚਾਹੀਦਾ ਹੈ ਕਿ ਮਨ ਦੀ ਅਵਸਥਾ ਕੀ ਚੱਲ ਰਹੀ ਹੈ। ਜਿਸ ਜੀਵਨ ਵਿੱਚ ਮੈਂ ਜੀ ਰਿਹਾ, ਇਹਦੇ ਪਰਿਣਾਮ ਕੀ ਨੇ, ਮਨ ਦੇ ਵਿੱਚ ਕੀ ਪਰਿਣਾਮ ਨੇ। ਕੀ ਮਨ ਸ਼ਾਂਤ ਹੈ? ਕੀ ਮਨ ਰਿਲੈਕਸਡ ਹੈ? ਕਿਉਂਕਿ ਰਿਲੈਕਸੇਸ਼ਨ ਇੱਕ ਸੰਕੇਤਕ ਥਾਟ ਹੈ, ਇੰਡੀਕੇਟਿਵ ਹੈ। ਅਗਰ ਮਨ ਹਲਕਾ ਹੋਏਗਾ ਤਾਂ ਫਿਰ ਆਪਣੇ ਤੋਂ ਬਾਹਰ ਵੀ ਜਾ ਸਕੇਗਾ, ਆਪਣੇ ਹੰਕਾਰ ਤੋਂ ਪਰੇ ਵੀ ਜਾ ਸਕੇਗਾ। ਪਰ ਬਹੁਤ ਮਨ ਵਿਆਕੁਲ ਹੋਏਗਾ, ਜਾਣਾ ਵੀ ਚਾਹੇਗਾ ਤਾਂ ਵੀ ਨਹੀਂ ਜਾ ਪਾਏਗਾ। ਪਰ ਅਗਰ ਮਨ ਬਹੁਤ ਬੰਨਿਆ ਗਿਆ, ਐਨਰਜੀਜ਼ ਬਹੁਤ ਨੈਗੇਟਿਵ ਹੋ ਗਈਆਂ, ਤਾਂ ਫਿਰ ਇਹੀ ਮਨ ਦੀ ਅਵਸਥਾ ਪਰੇਸ਼ਾਨੀ ਦੀ, ਵਿਆਕੁਲਤਾ ਦੀ ਹੋ ਜਾਏਗੀ, ਸਪਰੈਸ਼ਨ ਦੀ ਹੋ ਜਾਏਗੀ, ਪ੍ਰੈਸ਼ਰ ਦੀ ਹੋ ਜਾਏਗੀ। ਜੀਵਨ ਦੀ ਮਨ ਦੀ ਅਵਸਥਾ ਮੇਰੀ ਕੀ ਹੈ, ਮੈਂ ਜਾਣਦਾ ਹਾਂ। ਉਸ ਦੀ ਅਵੇਅਰਨੈਸ ਮੈਨੂੰ ਆਪਣਾ ਗਿਆਨ ਦੇਗੀ ਕਿ ਮੈਂ ਕਿੱਥੇ ਖੜਾ ਹਾਂ ਜੀਵਨ ਵਿੱਚ। ਕੀ ਹੁੰਦਾ ਹੈ ਕਿ ਅਸੀਂ ਲੈਕ ਆਫ ਕੰਟਰੋਲ ਵਿੱਚ ਜੀਵਨ ਜੀਂਦੇ ਹਾਂ। ਕੋਸ਼ਿਸ਼ ਅਸੀਂ ਕਰਦੇ ਹਾਂ ਕਿ ਅਸੀਂ ਫਿਜ਼ੀਕਲ ਵਿੱਚ ਕੰਟਰੋਲ ਇਸਟੈਬਲਿਸ਼ ਕਰੀਏ। ਹਰ ਜਨਾ ਮੇਰੇ ਆਖੇ ਲੱਗੇ, ਕੁਛ ਵੀ ਨਾ ਹੋਏ ਜੋ ਮੇਰੇ ਅਨੁਕੂਲ ਨਾ ਹੋਏ। ਪਰ ਦਰਅਸਲ ਇਹ ਸਭ ਸਰਫਿਸ 'ਤੇ ਹੈ। ਇੱਕ ਐਕਸ਼ਨ ਰਿਐਕਸ਼ਨ ਦਾ ਇਫੈਕਟ ਮੇਰੇ 'ਤੇ ਚੱਲ ਰਿਹਾ ਹੈ ਔਰ ਉਹਦੇ 'ਚ ਮੈਂ ਬਹਿ ਹੀ ਜਾਂਦਾ। ਜੋ ਮੇਰੇ ਮਨ ਦੀ ਅਵਸਥਾ ਹੈ, ਮਨ ਦਾ ਪ੍ਰਤੀਬਿੰਬ ਅੰਦਰ ਹੈ, ਜੋ ਮੇਰੇ ਮਨ ਦੀ ਇਨਕਲੀਨੇਸ਼ਨਸ ਨੇ, ਉਸ ਤਰ੍ਹਾਂ ਜੀਵਨ ਚੱਲਦਾ ਜਾਂਦਾ ਹੈ। ਜਿੱਥੇ ਵੀ ਅਸੀਂ ਜਾਣਾ ਹੈ, ਸਾਡੀ ਸੁਰਤ ਪਹਿਲੇ ਜਾਏਗੀ, ਮਨ ਵਿੱਚ ਥਾਟ ਆਏਗੀ ਔਰ ਉਸ ਨੂੰ ਅਸੀਂ ਪਕੜ ਲਵਾਂਗੇ, ਅਸੀਂ ਉੱਥੇ ਟੁਰ ਪਵਾਂਗੇ। ਹੁਣ ਇਹ ਥਾਟ ਕਿਹੜੀ ਹੋ ਸਕਦੀ ਹੈ? ਨਾਮ ਅਭਿਆਸ ਕਰ ਲਈਏ, ਇਹਦੀ ਵੀ ਹੋ ਸਕਦੀ ਹੈ। ਕੋਈ ਭੋਗ ਲਈਏ, ਉਹਦੀ ਵੀ ਹੋ ਸਕਦੀ ਹੈ।
ਘਰ 'ਚ ਨਾ ਬੈਠੀਏ, ਕਿਧਰੇ ਬਾਹਰ ਟੁਰਨ ਜਾਈਏ, ਇਹ ਵੀ ਇੱਕ ਥਾਟ ਹੈ। ਇਹ ਸੁਰਤ ਦੀ ਹੀ ਕਾਰਨ ਨੇ। ਇਸ ਸੁਰਤ ਦੇ ਆਖੇ ਲੱਗ ਕੇ ਤਾਂ ਮੈਂ ਜੀਵਨ ਜੀ ਰਿਹਾ। ਜਿੱਧਰ ਇਹਦੀ ਅੰਤਰਮਨ ਦੀ ਅਵਸਥਾ ਦੇ ਕਾਰਨ ਝੁਕਾਵ ਸੁਰਤ ਦਾ ਤੇ ਆਲਰੇਡੀ ਪ੍ਰੀ ਡਿਟਰਮਿਨ ਹੋ ਚੁੱਕਿਆ ਹੈ। ਕਿਵੇਂ ਹੋ ਚੁੱਕਿਆ ਹੈ? ਸੰਸਕਾਰ ਮਨ ਦੇ ਅੰਦਰ ਹਨ। ਜਿਵੇਂ ਅਸੀਂ ਹਰਾ ਚਸ਼ਮਾ ਪਾਵਾਂਗੇ, ਸਭ ਕੁਝ ਹਰਾ ਹੀ ਦਿਖੇਗਾ। ਇਸ ਤਰ੍ਹਾਂ ਮਨ 'ਤੇ ਰੰਗਿਆ ਹੋਇਆ ਹੈ, ਕਿਸੇ ਰੰਗ ਵਿੱਚ ਰੰਗਿਆ ਹੋਇਆ ਹੈ, ਔਰ ਉਹ ਸੁਰਤ ਉਸੇ ਤੋਂ ਇੰਸਪਾਇਰ ਹੋ ਕੇ, ਉਸੇ ਤੋਂ ਗਾਈਡ ਹੋ ਕੇ ਉਸੇ ਪਾਸੇ ਟੁਰੇਗੀ। ਕਿਸੇ ਨੂੰ ਲੜਨ ਦਾ ਸ਼ੌਕ ਹੋ ਜਾਂਦਾ ਹੈ, ਕਿਸੇ ਨੂੰ ਚੋਰੀ ਕਰਨ ਦਾ ਸ਼ੌਕ ਹੋ ਜਾਂਦਾ ਹੈ। ਇੱਕ ਅੱਜ ਕੱਲ੍ਹ ਵੈਸਟ ਵਿੱਚ ਬਹੁਤ ਮੰਨਿਆ ਹੈ ਰੋਗ ਹੈ, ਉਹਨੂੰ ਕਹਿੰਦੇ ਨੇ ਕਲੈਪਟੋਮੇਨੀਐਕ, ਕਿ ਲੋਕ ਦੁਕਾਨਾਂ ਤੋਂ ਛੋਟੀ ਛੋਟੀ ਚੀਜ਼ਾਂ ਚੋਰੀ ਕਰ ਲੈਂਦੇ ਹੈ। ਔਰ ਇਹ ਨਹੀਂ ਕਿ ਇਹੋ ਜਿਹੀ ਚੀਜ਼ਾਂ ਕੋਈ ਪੈਸੇ ਤੋਂ ਅਸਮਰਥ ਲੋਕ ਕਰਦੇ ਹੈ, ਬੜੇ ਅਮੀਰ ਘਰਾਣੇ ਦੇ ਲੋਕ ਵੀ ਇਹ ਕਰਦੇ ਨੇ। ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕੀ ਕਰ ਰਹੇ ਨੇ। ਕਾਰਨ ਕੀ ਹੈ? ਮਨ ਦੇ ਵਿੱਚ ਇਹੋ ਜਿਹੇ ਤਰੰਗਾਂ ਚੱਲ ਰਹੀਆਂ ਨੇ ਜਿਹਦੇ ਵਿੱਚ ਉਹਨਾਂ ਨੂੰ ਲੱਗ ਰਿਹਾ ਹੈ ਕਿ ਜੀਵਨ ਵਿੱਚ ਕੁਝ ਮਿਲਿਆ ਨਹੀਂ ਹੈ। ਇੱਕ ਤਰ੍ਹਾਂ ਦਾ ਡਿਪਰੈਸ਼ਨ ਚੱਲ ਰਿਹਾ ਹੈ, ਜਾਂ ਇੱਕ ਤਰ੍ਹਾਂ ਦੀ ਭਾਵਨਾ ਚੱਲ ਰਹੀ ਹੈ ਕਿ ਮਨ 'ਚ ਕੁਝ ਜੀਵਨ ਵਿੱਚ ਕੁਝ ਲੱਭਿਆ ਨਹੀਂ ਹੈ। ਤਾਂ ਇਹ ਇੱਕ ਗੇਨ ਦਾ ਤਰੀਕਾ ਹੈ ਕਿ ਮੈਂ ਚੋਰੀ ਕਰ ਲਿਆ, ਜੋ ਮੇਰੇ ਕੋਲ ਨਹੀਂ ਸੀ ਉਹ ਮੈਂ ਲੈ ਆਇਆ ਜਾਂ ਮੈਂ ਲੈ ਆਈ। ਅਤੇ ਇਹ ਇੱਕ ਲਾਭ ਦੀ ਸੰਕੇਤਨ ਹੈ, ਸੰਕੇਤ ਕਰਦਾ ਕਿ ਮੈਨੂੰ ਲਾਭ ਮਿਲ ਗਿਆ। ਸੋ ਜਦ ਜੀਵਨ ਵਿੱਚ ਲਾਸ ਮਹਿਸੂਸ ਹੋ ਰਿਹਾ ਹੈ, ਉਸ ਨੂੰ ਭਰਨ ਲਈ ਇਹ ਹੁਣ ਇੱਕ ਰੋਗ ਮੈਂ ਪਾਲ ਲਿਆ, ਟੂ ਕੋਪ ਵਿਦ ਮਾਈ ਇਨਵਾਇਰਮੈਂਟ। ਮਨ ਦੇ ਰੋਗਾਂ ਦੇ ਜਦੋਂ ਕੋਪ ਨਹੀਂ ਅਸੀਂ ਕਰ ਸਕਦੇ, ਕੋਪ ਦਾ ਮਤਲਬ ਸ਼ੇਅਰਿੰਗ ਦੀ ਐਬਿਲਿਟੀ ਨਹੀਂ ਹੈ। ਜਿਤਨੀ ਇਨਸਾਨ ਦੀ ਸ਼ੇਅਰਿੰਗ ਜ਼ਿਆਦਾ ਹੋਏਗੀ, ਮਿੱਤਰ ਲੋਕ ਜ਼ਿਆਦਾ ਹੋਣਗੇ ਜਿਹੜੇ ਸਮਝ ਪਾਉਣਗੇ ਉਸ ਨੂੰ, ਜਿਨ੍ਹਾਂ ਨਾਲ ਉਹ ਆਪਣੇ ਅੰਤਕਰਨ ਦੀ ਗੱਲ ਕਰ ਸਕਦੇ ਨੇ, ਉਤਨਾ ਕੋਪਿੰਗ ਮੈਕੈਨਿਜ਼ਮ ਜ਼ਿਆਦਾ ਹੋਏਗਾ, ਉਤਨਾ ਮੈਂ ਜ਼ਿਆਦਾ ਕੋਪ ਕਰ ਸਕਾਂਗਾ। ਔਰ ਅਗਰ ਸੰਗਤ ਸ਼ਬਦ ਦੀ ਹੋਏਗੀ ਤਾਂ ਡੈਪਥ ਬਹੁਤ ਵੱਧ ਜਾਂਦੀ ਹੈ, ਕਿਉਂਕਿ ਉੱਥੇ ਅਭਿਆਸ ਨਾਲ ਮੈਂ ਕਈ ਵਾਰ ਸਿਮਰਨ ਵਿੱਚ ਬੜਾ ਆਨੰਦ ਮਹਿਸੂਸ ਕਰਦਾ ਹਾਂ ਜਾਂ ਕਰਦੀ ਹਾਂ। ਉਹ ਆਨੰਦ ਮੇਰੇ ਘਰ ਵਿੱਚ ਮਹਿਸੂਸ ਹੋਇਆ, ਉਹ ਮੈਨੂੰ ਸ਼ਕਤੀ ਦਿੰਦਾ ਹੈ, ਬਲ ਦਿੰਦਾ ਹੈ, ਇਨਵਾਇਰਮੈਂਟ ਨਾਲ ਕੋਪ ਕਰਨ ਦੀ ਸ਼ਕਤੀ ਵੀ ਦਿੰਦਾ ਹੈ। ਸੋ ਇਹ ਇੱਕ ਤਰੀਕਾ ਹੋ ਗਿਆ, ਸੰਸਕਾਰ ਬਣ ਗਏ। ਕਲੈਪਟੋਮੇਨੀਐਕ ਇੱਕ ਵਾਰ ਕੀਤਾ, 2 ਵਾਰ ਕੀਤਾ, 4 ਵਾਰ ਕੀਤਾ, ਫਿਰ ਉਹ ਸੰਸਕਾਰ ਹੀ ਹੋ ਗਏ। ਪਤਾ ਹੀ ਨਹੀਂ ਲੱਗਿਆ ਕਦੋਂ ਕਰੀ ਜਾ ਰਹੇ। ਦੁਕਾਨ ਵਿੱਚ ਆਇਆ, ਅਚਨਚੇਤ ਹੋ ਹੀ ਜਾਂਦਾ ਹੈ, ਕੰਟਰੋਲ ਹੀ ਨਹੀਂ ਰਹਿ ਗਿਆ। ਇਹ ਸੰਸਕਾਰ ਬਣ ਗਏ ਹਨ। ਅਸੀਂ ਇਸ ਤਰ੍ਹਾਂ ਹੀ ਜੀਵਨ ਨੂੰ ਬਿਨਾਂ ਕੰਟਰੋਲ ਦੇ, ਕਿਉਂਕਿ ਗੱਲ ਕੀ ਹੈ ਕਿ ਮਨ ਜਿਸ ਮਾਨਸਿਕ ਅਵਸਥਾ ਵਿੱਚ ਅਸੀਂ ਜੀਂਦੇ ਹਾਂ, ਇਹ ਮਨ ਦੀ ਗੱਲ ਅਸੀਂ ਪਹਿਲਾਂ ਕਰ ਚੁੱਕੇ ਹਾਂ। ਉਹ ਜਿਹੜਾ ਮਨ ਹੈ ਉਹ ਤਾਂ ਸਦਾ ਹੀ ਚੇਂਜਿੰਗ ਮਾਈਂਡ ਹੈ, ਉਹਦੇ 'ਚ ਕੋਈ ਸਟੇਬਿਲਿਟੀ ਨਹੀਂ ਹੈ, ਔਰ ਮੈਨੂੰ ਡਰੇਨ ਕਰ ਦਿੰਦਾ ਉਹ ਮਨ। ਅਗਰ ਮੈਨੂੰ ਨੀਂਦਰ ਨਹੀਂ ਆ ਰਹੀ ਠੀਕ ਤਰ੍ਹਾਂ, ਤਾਂ ਫਿਰ ਮੇਰੇ ਕੋਲ ਉਹ ਸੁਸ਼ੁਪਤੀ ਵੀ, ਜਾਗਰਤ ਸੁਪਨ ਸੁਖੋਪਤ ਅਵਸਥਾ ਵੀ ਮੇਰੇ ਕੋਲ ਨਹੀਂ ਹੈ, ਜਿਹਦੇ 'ਚ ਮੈਂ ਆਪਣੇ ਰਿਲੀਜ਼ ਲੈ ਸਕਾਂ, ਕੰਪਲੀਟਲੈਸ ਲੈ ਸਕਾਂ, ਉਹਦੇ 'ਚੋਂ ਮੈਂ ਐਨਰਜਾਈਜ਼ ਹੋ ਕੇ, ਚਾਰਜ ਹੋ ਕੇ ਉੱਠਾਂ। ਤਾਂ ਹੌਲੇ ਹੌਲੇ ਇਹ ਰੋਗ ਬਣ ਜਾਂਦੇ ਹੈ। ਨਾਮ ਅਭਿਆਸ ਇਸੇ ਲਈ ਜੀਵਨ ਦੀ ਬੁਨਿਆਦ ਬਣਾਉਣੀ ਜ਼ਰੂਰੀ ਹੈ। ਉਹਦੇ ਹੁੰਦੇ ਹੋਏ ਵੀ, ਕਿਉਂਕਿ ਬੜੇ ਜਨਮਾਂ ਦੇ ਅਸੀਂ ਕਰਮ ਕੀਤੇ ਹੋਏ ਹਨ, ਉਹਦੇ ਹੁੰਦੇ ਹੋਏ ਵੀ ਸਮਾਂ ਲੱਗਦਾ ਹੈ, ਪਰ ਡਾਇਰੈਕਸ਼ਨ ਠੀਕ ਰੱਖਦੀ ਹੈ, ਅਸੀਂ ਕਿਸ ਪਾਸੇ ਨੂੰ ਜਾਣਾ ਹੈ।
ਤਾਂ ਸੁਰਤ ਦੀ ਗੱਲ ਜਦੋਂ ਸਾਹਿਬ ਕਰਦੇ ਨੇ, ਗੁਰੂ ਨਾਨਕ ਸਾਹਿਬ ਜੀ ਦਾ ਇਹ ਸ਼ਬਦ ਹੈ, ਮੈਂ ਆਪ ਨਾਲ ਸਾਂਝਾ ਕਰਨਾ ਚਾਹੁੰਦਾ ਸੀ। ਸ਼੍ਰੀ ਰਾਗ ਵਿੱਚ ਦਰਜ ਹੈ, ਏਕਾ ਸੁਰਤ ਜੇਤੇ ਹੈ ਜੀ। MK ਜੀ ਅੱਜ ਹੈਗੇ ਆ ਮੇਰੇ ਖਿਆਲ, ਇਹਨਾਂ ਨੇ ਮੈਨੂੰ ਪੁੱਛਿਆ ਸੀ ਕੁਝ ਮਹੀਨੇ ਪਹਿਲੇ, ਕਲੈਕਟਿਵ ਮਾਈਂਡ ਕੀ ਹੁੰਦਾ ਹੈ। ਤਾਂ ਮੈਨੂੰ ਅੱਜ ਉਹਨਾਂ ਦੀ ਯਾਦ ਆਈ ਕਿ ਇਹ ਪੂਰੀ ਤਰ੍ਹਾਂ ਉਸ ਗੱਲ ਨੂੰ ਜ਼ਾਹਰ ਕਰਦਾ ਹੈ ਜਿਹੜੀ ਮੈਂ ਆਪ ਨਾਲ ਸ਼ੇਅਰ ਕੀਤੀ ਸੀ। ਏਕਾ ਸੁਰਤ, ਇੱਕੋ ਸੁਰਤ ਹੈ ਜਿਤਨੇ ਜੀ ਹਨ। ਯਾਨੀ ਕੀ ਹੈ? ਯਾਨੀ ਮੈਂ ਅਗਰ ਆਪਣੇ ਮਨ 'ਤੇ ਸਤ ਵੱਲ ਉਤਰ ਜਾਵਾਂ, ਜਿਹਨੂੰ ਸਤਨਾਮ ਕਹਿੰਦੇ, ਜਿਹੜਾ ਸਟੇਬਲ ਮਾਈਂਡ ਜੋ ਸਦਾ ਇੱਕੋ ਰੰਗ ਵਿੱਚ ਹੈ, ਜੋ ਇੱਕ ਹੀ ਤਰ੍ਹਾਂ ਹੈ, ਉਹ ਨਿਰੰਕਾਰ ਰੂਪ ਮਨ ਮੇਰੇ ਮਨ ਵਿੱਚ ਜੋ ਵਸਦਾ ਹੈ, ਤਾਂ ਉਹ ਇੱਕ ਹੈ ਸਭ ਲਈ, ਕਿਸੇ ਦੇ 'ਚ ਫਰਕ ਨਹੀਂ ਹੈ। ਔਰ ਉਹ ਹਰ ਇੱਕ ਵਿੱਚ ਹੈ, ਕੋਈ ਉਸ ਨੂੰ ਜਾਣੇ ਜਾਂ ਨਾ ਜਾਣੇ। ਮਹਾਰਾਜ ਸਾਨੂੰ ਆਦੇਸ਼ ਕਰਤੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਜੋਤ ਇੱਕੋ ਹੀ ਹੈ ਨਿਰੰਕਾਰ ਦੀ। ਮੈਨੂੰ ਅਗਰ ਦਰਸ਼ਨ ਹੋ ਗਏ ਜਾਂ ਆਪ ਨੂੰ ਹੋ ਗਏ ਤਾਂ ਕੋਈ ਫਰਕ ਨਹੀਂ ਹੈ, ਫਿਰ ਅਸੀਂ ਜੁੜ ਗਏ। ਜਿਵੇਂ ਜਿਉਂ ਜਲ ਮੇਂ ਜਲਾਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਮਨ ਪਾਏ ਵਿਸਰਾਮ। ਇਹ ਮਹਾਰਾਜ ਇਸ ਸੁਰਤ ਵਿੱਚ ਜਦੋਂ ਸਾਨੂੰ ਸੁਰਤ ਦਾ ਗਿਆਨ ਦਿੰਦੇ ਨੇ, ਇਹ ਸਮਝਾ ਰਹੇ ਹਨ। ਇਹ ਜਾਣਨਾ ਜ਼ਰੂਰੀ ਹੈ ਕਿ ਮੇਰੇ ਮਨ ਦੇ ਅੰਦਰ ਇਹ ਪੋਟੈਂਸ਼ੀਅਲ ਹੈ। ਮੇਰੀ ਮਨ ਦੀ ਅਸਲੀਅਤ ਜਿੱਥੇ ਮੈਂ ਨਹੀਂ ਹੋਵਾਂਗਾ, ਨਿਰੰਕਾਰ ਹੋਏਗਾ। ਜਿੱਥੇ ਈਗੋ ਨਹੀਂ ਰਹੇਗੀ, ਚੇਂਜਿੰਗ ਮਾਈਂਡ ਨਹੀਂ ਰਹੇਗਾ, ਸਟੇਬਿਲਿਟੀ ਰਹੇਗੀ। ਤਾਂ ਇਹੀ ਭਗਤ ਰਵਿਦਾਸ ਦੇ ਸ਼ਬਦ ਦੀ ਗੱਲ ਅਸੀਂ ਵਿਚਾਰਦੇ ਰਹੇ ਹਾਂ ਪਹਿਲੇ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਇਸੇ ਤਰ੍ਹਾਂ ਉਮੀਦ ਬਣਦਾ ਹੈ, ਕਿਉਂਕਿ ਇਸ ਸ਼ਹਿਰ ਦੇ ਵਾਸੀ ਸਾਰੇ ਇੱਕੋ ਜੋਤ, ਇੱਕੋ ਸੁਰਤ ਔਰ ਇੱਕੋ ਸ਼ਬਦ, ਇੱਕੋ ਮਨ ਦੀ ਅਵਸਥਾ ਨਾਲ ਜੁੜੇ ਹਨ। ਆਨੰਦ ਦੀ ਕੁਆਲਿਟੀ ਕੋਈ ਫਰਕ ਨਹੀਂ ਹੈ। ਜੇ ਆਨੰਦ ਉਤਰੇਗਾ ਜੀਵਨ ਵਿੱਚ, ਉਹੀ ਉਦੋਂ ਆਨੰਦ ਸਭ ਨੂੰ ਉਤਰੇਗਾ, ਕਿਉਂਕਿ ਉਹ ਆਨੰਦ ਹਰ ਜਗ੍ਹਾ ਹਾਜ਼ਰ ਹੈ। ਨਾਮ ਹਰ ਜਗ੍ਹਾ ਹਾਜ਼ਰ ਹੈ। ਉਹ ਨਾਮ ਦੀ ਕੁਆਲਿਟੀ ਕੋਈ ਫਰਕ ਨਹੀਂ ਹੋਣੀ। ਹਾਂ, ਐਕਸਪੀਰੀਅੰਸ ਔਰ ਡੈਪਥ ਔਰ ਹਾਈਟ ਆਫ ਐਕਸਪੀਰੀਅੰਸ ਦਾ ਫਰਕ ਜ਼ਰੂਰ ਹੋ ਸਕਦਾ ਹੈ। ਜਿਵੇਂ ਅਸੀਂ ਕੱਲ੍ਹ ਪਰਸੋਂ ਦੇ ਸ਼ਬਦ ਵਿੱਚ ਵਿਚਾਰਿਆ ਸੀ, ਸਾਹਿਬ ਨੇ ਕਿਹਾ ਕਿ ਦਸਤਗੀਰ ਨੇ 7 ਆਕਾਸ਼ ਦੇਖੇ ਨੇ। ਉਹ ਵੀ ਠੀਕ ਕਹਿ ਰਿਹਾ ਹੈ, ਪਰ ਮੈਂ ਬੇਅੰਤ ਦੇਖੇ ਨੇ। ਇਹ ਕਿਸ 'ਤੇ ਡਿਪੈਂਡ ਕਰਦਾ ਹੈ? ਜਿੰਨੀ ਕਿਰਪਾ, ਜਿੰਨੀ ਬਖਸ਼ਿਸ਼ ਔਰ ਜਿੰਨੀ ਸੁਰਤ ਇਕਾਗਰ ਔਰ ਨਿਰਮਲ ਹੈ। ਇਸ ਕਰਕੇ ਪਿਓਰਿਟੀ ਆਫ ਮਾਈਂਡ ਇੱਕ ਫਾਊਂਡੇਸ਼ਨ ਬਣ ਜਾਂਦਾ ਹੈ ਅਧਿਆਤਮਿਕ ਜੀਵਨ ਦਾ। ਆਪਨੇ ਇਕਾਗਰਤਾ ਜੀਵਨ ਵਿੱਚ ਕਮਾ ਲਈ, ਮਾਈਂਡ ਪਿਓਰ ਨਹੀਂ ਹੈ, ਸਭ ਡੇਂਜਰਸ ਨੇ ਕਿ ਇਹ ਹੁਣ ਦੂਜੇ ਪਾਸੇ ਸਾਨੂੰ ਖਿੱਚ ਲਏਗਾ। ਇਸ ਕਰਕੇ ਨਾਲ ਨਾਲ ਮਨ ਦੀ ਸ਼ੁੱਧਤਾ, ਸ਼ਬਦ ਦੀ ਸੰਗਤ ਔਰ ਸ਼ਬਦ ਦਾ ਵਿਚਾਰ ਨਾਲ ਨਾਲ ਚੱਲਦਾ ਰਹੇ, ਤਾਂ ਕਿ ਜਿਹੜਾ ਮਨ ਚੇਂਜਿੰਗ ਮਾਈਂਡ ਹੈ ਉਹ ਵੀ ਬੰਨਿਆ ਰਹੇ। ਕੁੰਭੇ ਬੱਧਾ ਜਲ ਰਹੇ, ਜਲ ਬਿਦ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਮਹਾਰਾਜ, ਅਸੀਂ ਗੁਰੂ ਨਾਨਕ ਦੇ ਤੋਂ ਦਿੱਤਾ ਜਿਹੜਾ ਸ਼ਬਦ ਹੈ, ਉਸ ਦੇ ਚਰਨਾਂ ਵਿੱਚ ਆਪਣੇ ਮਨ ਨੂੰ ਬੰਨਣ ਦਾ ਯਤਨ ਕਰਨਾ ਹੈ। ਇਹ ਮਨ ਇੱਦਾਂ ਕਾਬੂ ਨਹੀਂ ਆਉਂਦਾ। ਇਹਨੂੰ ਬੰਨਣ ਲਈ ਸਾਨੂੰ ਸ਼ਬਦ ਦੀ ਹਾਜ਼ਰੀ, ਹਜ਼ੂਰੀ, ਅਭਿਆਸ, ਇਹ ਲੋੜ ਹੈ। ਤਾਂ ਸਾਹਿਬ ਸਾਨੂੰ ਦੱਸਦੇ ਨੇ, ਏਕਾ ਸੁਰਤ ਜੇਤੇ ਹੈ ਜੀ। ਜਿਤਨੇ ਜੀ ਨੇ ਸਭ ਦੀ ਸੁਰਤ ਇੱਕੋ ਹੈ। ਇਕਾਗਰ ਸੁਰਤ, ਜਿਹੜਾ ਸਟੇਬਲ ਮਾਈਂਡ ਹੈ, ਜਿਸ ਨੂੰ ਅਸੀਂ ਉਨਮਨ ਕਰਕੇ ਕਈ ਵਾਰ ਵਿਚਾਰਿਆ ਹੈ। ਸਿਰਤ ਵਿਹੂਣਾ ਕੋਈ ਨਾ ਕੀਆ, ਸਿਰਤ ਵਿਹੂਣਾ ਕੋਈ ਨਾ ਕੀ। ਬਿਨਾਂ ਸੁਰਤ ਤੇ ਕੋਈ ਵੀ ਨਹੀਂ ਹੈ। ਸਭ ਕੋਲ ਸੁਰਤ ਹੈ, ਸਭ ਨੂੰ ਸੁਰਤ ਦਾ ਗਿਆਨ ਵੀ ਹੈ।
ਸੁਰਤ ਇੱਕ ਥਾਟ ਹੈ, ਸੁਰਤ ਇੱਕ ਇਕਾਗਰ ਥਾਟ ਹੈ, ਹਰ ਇੱਕ ਕੋਲ ਹੈ, ਔਰ ਉਹ ਸੁੱਤੇ ਹੋਏ ਸੁਪਨ ਵਿੱਚ ਵੀ ਹੈ। ਸੁਪਨ ਵਿੱਚ ਡਾਇਮੈਂਸ਼ਨ ਬਦਲੀ ਹੋ ਜਾਂਦੀ ਹੈ, ਟਾਈਮ ਫਰਕ ਹੋ ਜਾਂਦਾ ਹੈ, ਸਾਨੂੰ ਟਾਈਮ ਦਾ ਗਿਆਨ ਨਹੀਂ ਰਹਿੰਦਾ। ਇੱਕੋ ਜਨਮ 1 ਘੰਟੇ 'ਚ ਅਸੀਂ ਪਾਰ ਕਰ ਸਕਦੇ ਹਾਂ। ਸੁਪਨੇ ਵਿੱਚ ਟਾਈਮ ਮੈਟਰ ਨਹੀਂ ਕਰਦਾ, ਸੁਪਨੇ ਵਿੱਚ ਸਥਾਨ ਮੈਟਰ ਨਹੀਂ ਕਰਦਾ, ਡਾਇਮੈਂਸ਼ਨਸ ਬਦਲੀ ਹੋ ਜਾਂਦੀਆਂ ਹਨ। ਮਨ ਆਪਣੇ ਅੰਤਰ ਦੇ ਐਕਸਪੀਰੀਅੰਸ ਵਿੱਚੋਂ ਸੁਪਨ ਦੇਖਦਾ ਹੈ, ਆਲਟਰਡ ਸਟੇਟ ਆਫ ਮਾਈਂਡ ਆ ਜਾਂਦਾ ਹੈ। ਫਿਜ਼ੀਕਲ ਤੋਂ ਹਟ ਕੇ ਹੁਣ ਰਿਐਲਿਟੀ ਜਿਹੜੀ ਹੈ ਉਹ ਮਨ ਦੇ ਅੰਦਰ ਹੀ ਰਹਿ ਜਾਂਦੀ ਹੈ, ਮਨ ਦੇ ਅੰਦਰ ਹੀ ਦੁਨੀਆ ਕ੍ਰੀਏਟ ਹੋ ਜਾਂਦੀ ਹੈ, ਔਰ ਅਸੀਂ ਉਹਨੂੰ ਰਿਐਲਿਟੀ ਜਾਣ ਕੇ ਜੀ ਲੈਂਦੇ ਹਾਂ, ਤਾਂ ਕਿ ਜੋ ਕੋਈ ਐਕਸਪੀਰੀਅੰਸਿਸ ਅਧੂਰੇ ਰਹਿ ਗਏ ਤਾਂ ਉਹ ਪੂਰੇ ਹੋ ਜਾਣ। ਕੋਈ ਸੰਕਲਪ ਕੀਤਾ ਨਾ ਪੂਰਾ ਹੋਇਆ, ਮੈਂ ਹਵਾਈ ਜਹਾਜ਼ ਖਰੀਦਣਾ ਸੀ, ਨਹੀਂ ਹੋ ਪਾਇਆ, ਇੱਕ ਦਿਨ ਸੁਪਨੇ 'ਚ ਹਵਾਈ ਜਹਾਜ਼ ਆ ਜਾਏਗਾ। ਕਿਉਂਕਿ ਨੇਚਰ ਨੂੰ ਇਨਕੰਪਲੀਟਨੈਸ ਚੰਗੀ ਨਹੀਂ ਲੱਗਦੀ। ਕੋਈ ਵੀ ਥਾਟ ਇਨਕੰਪਲੀਟ ਹੈ ਉਹ ਆਪਣੀ ਕੰਪਲੀਟਨੈਸ ਵੱਲ ਚੱਲੇਗੀ। ਇਸੇ ਕਰਕੇ ਰੋਗ ਵੀ ਹੁੰਦੇ ਨੇ, ਕਿਉਂਕਿ ਅਗਰ ਬਹੁਤ ਜ਼ਿਆਦਾ ਥਾਟਸ ਮਨ ਵਿੱਚ ਇਨਕੰਪਲੀਟ ਨੇ, ਉਹ ਫਿਰ ਮਨ ਨੂੰ ਡਿਵਾਈਡ ਕਰਦੇ ਜਾਂਦੇ ਨੇ, ਮਨ ਨੂੰ ਪ੍ਰੈਸ਼ਰ ਵਿੱਚ ਤੋਰਦੇ ਜਾਂਦੇ ਨੇ। ਤਾਂ ਜਿਹੜਾ ਇਸ ਕਰਕੇ ਸਾਈਕੋਲੋਜੀ ਕਹਿੰਦੀ ਹੈ ਕਿ ਨੀਂਦਰ ਲੈਣਾ ਵੀ ਚੰਗਾ ਹੈ। ਤਾਂ ਯੋਗੀ ਕੀ ਕਰਦਾ ਹੈ, ਉਹ ਆਪਣੇ ਧਿਆਨ 'ਚ ਕੋਸ਼ਿਸ਼ ਕਰਦਾ ਹੈ ਕਿ ਧਿਆਨ 'ਚੋਂ ਹੀ ਮੈਂ ਨੀਂਦਰ ਘਟਾ ਲਵਾਂ। ਉਹਦੇ ਸੰਕਲਪ ਹੀ ਨਹੀਂ ਬਣਦੇ ਇੰਨੇ, ਜਾਂ ਬਣਦੇ ਨੇ ਤੇ ਪੂਰੇ ਹੋ ਜਾਂਦੇ ਨੇ। ਯੋਗੀ ਤੋਂ ਭਾਵ ਕੀ ਹੈ, ਜਿਹੜਾ ਸ਼ਬਦ ਦੇ ਨਾਲ ਯੋਗ ਰੱਖਦਾ ਹੈ। ਮੈਂ ਯੋਗ ਮਤ ਦੀ ਗੱਲ ਨਹੀਂ ਕਰ ਰਿਹਾ। ਮੇਰਾ ਸਬਮਿਸ਼ਨ ਹੈ ਕਿ ਜਦੋਂ ਸ਼ਬਦ ਨਾਲ ਅਸੀਂ ਸੁਰਤ ਨੂੰ ਜੋੜਦੇ ਹਾਂ ਤਾਂ ਸੁਰਤ ਸ਼ਬਦ ਯੋਗ ਹੋ ਗਿਆ। ਤਾਂ ਮਹਾਰਾਜ ਸਾਨੂੰ ਇੱਥੇ ਦੱਸਦੇ ਨੇ, ਜਿਹੀ ਸੁਰਤ ਤੇਹੀ ਤਨ ਰਾਹ। ਕੀ ਗੱਲ ਹੈ ਮਹਾਰਾਜ, ਕਮਾਲ ਹੋ ਗਈ। ਮਹਾਰਾਜ ਕਹਿੰਦੇ ਨੇ ਜਿਹੋ ਜਿਹੀ ਸੁਰਤ ਹੈ ਉਸ ਤਰ੍ਹਾਂ ਦਾ ਰਾਹ ਬਣ ਜਾਏਗਾ ਜੀਵਨ ਵਿੱਚ। ਕ੍ਰੋਧ ਨਾਲ ਭਰਿਆ, ਕ੍ਰੋਧਿਤ ਹੋ ਜਾਏਗਾ ਜੀਵਨ। ਪ੍ਰੇਮ ਨਾਲ ਭਰਿਆ, ਪ੍ਰੇਮ ਦੇ ਕਾਰਨ ਬਣ ਜਾਣਗੇ। ਜਿਹੋ ਜਿਹੀ ਸੁਰਤ ਦੀ ਕੁਆਲਿਟੀ ਹੈ, ਇਸ ਤਰ੍ਹਾਂ ਦਾ ਸਾਡਾ ਜੀਵਨ ਬਣ ਜਾਏਗਾ। ਅਸੀਂ ਸਾਰਾ ਦਿਨ ਇਹੀ ਸੋਚਦੇ ਰਹਿੰਦੇ ਹਾਂ ਕਿ ਦੂਸਰੇ ਦਾ ਹੱਕ ਕਿਵੇਂ ਮਾਰੀਏ, ਉਸੇ ਪਾਸੇ ਟੁਰਦਾ ਜਾਏਗਾ ਜੀਵਨ। ਤਾਂ ਇਸ ਭਾਵ ਨਾਲ ਜੀਵਨ ਦੇ ਜਿਤਨੇ ਵੀ ਐਕਸਪੀਰੀਅੰਸਿਸ ਨੇ ਉਹ ਸਾਡੀ ਸੁਰਤ ਤੋਂ ਹੀ ਆ ਰਹੇ ਨੇ। ਇੱਥੋਂ ਇੱਕ ਥਾਟ ਆਉਂਦੀ ਹੈ ਕਿ ਜਿਤਨਾ ਮਨ ਨਿਰਮਲ ਕਰਕੇ ਚੱਲਾਂਗੇ ਉਤਨਾ ਜੀਵਨ ਸੁਲਟ ਜਾਏਗਾ, ਸੁਲਝ ਜਾਏਗਾ। ਜਿਤਨਾ ਨਾਮ ਅਭਿਆਸ ਵਿੱਚ ਜੀਵਨ ਰਹੇਗਾ ਉਤਨਾ ਮਨ ਸੰਭਲਦਾ ਜਾਏਗਾ। ਮੈਂ ਵੀ ਦੇਖਿਆ ਹੈ ਕਿ ਮਨ ਦੇ ਸੁਰਤ 'ਤੇ ਇਨਫਲੂਐਂਸ ਵੀ ਪੈਂਦਾ ਹੈ। ਅਸੀਂ ਕਿਸ ਸਥਾਨ 'ਤੇ ਹਾਂ, ਕਿੱਥੇ ਹਾਂ, ਇਹ ਸਰੀਰ ਕਰਕੇ ਮਨ 'ਤੇ ਇਹਦਾ ਅਕਸ ਪੈਂਦਾ ਹੈ। ਨਵੇਂ ਸਥਾਨ 'ਤੇ ਜਾਵਾਂਗੇ, ਸੁਰਤ ਬਹੁਤ ਹਲਕੀ ਰਹੇਗੀ। ਇੱਕੋ ਜਗ੍ਹਾ ਦੇ ਉੱਤੇ ਬਹੁਤ ਜ਼ਿਆਦਾ ਰਵਾਂਗੇ, ਫਰਕ ਜਿਹੜਾ ਸਥਾਨ ਦਾ ਫਰਕ ਹਟਣਾ ਸ਼ੁਰੂ ਹੋ ਜਾਏਗਾ। ਹੁਣ ਜਿਹੜਾ ਇਹ ਸਥਾਨ ਹੈ, ਇਹ ਮੇਰੀ ਸੁਰਤ ਨੇ ਆਪਣੇ ਅੰਦਰ ਮੈਪ ਕਰ ਲਿਆ। ਹੁਣ ਇੱਥੇ ਕੁਝ ਨਵਾਂ ਨਹੀਂ ਰਹਿ ਗਿਆ। ਹੁਣ ਸੁਰਤ ਇਕਾਗਰ ਜਲਦੀ ਹੋ ਸਕੇਗੀ, ਬਾਹਰ ਐਨਰਜੀ ਘੱਟ ਲੱਗੇਗੀ। ਇਸ ਤਰ੍ਹਾਂ ਦੇ ਵੀ ਕੁਝ ਐਕਸਪੀਰੀਅੰਸਿਸ ਹੁੰਦੇ ਨੇ। ਮੈਂ ਆਪ ਨਾਲ ਸੁਰਤ ਦੀ ਗੱਲ ਕਰ ਰਿਹਾ ਤਾਂ ਕਿ ਅਸੀਂ ਕੁਝ ਸਮਝ ਪਾਈਏ ਆਪਣੇ ਮਨ ਬਾਰੇ। ਔਰ ਇਹ ਹਜ਼ੂਰ ਦੇ ਬਚਨ ਕਮਾਲ ਦੇ ਨੇ, ਜਿਹੀ ਸੁਰਤ ਤੇਹੀ ਤਨ ਰਾਹ, ਤਿਨ ਰਾਹ। ਉਹੀ ਰਾਹ ਮਿਲੇਗਾ ਜਿਹੋ ਜਿਹੀ ਸੁਰਤ ਹੋਏਗੀ। ਲੇਖਾ ਇੱਕੋ ਆਵੋ ਜਾ। ਉਹ ਲੇਖਾ ਲਿਖਦਾ ਹੈ ਔਰ ਆਂਦੇ ਸਾਡਾ ਆਉਣ ਜਾਣ ਇੱਥੋਂ ਕੰਟਰੋਲ ਹੋ ਰਹੀ ਹੈ। ਹੁਣ ਅਗਰ ਸੁਰਤ ਮੇਰੇ ਕੰਟਰੋਲ 'ਚ ਨਹੀਂ ਹੈ ਤਾਂ ਫਿਰ ਜੀਵਨ ਮੇਰੇ ਕੰਟਰੋਲ 'ਚ ਨਹੀਂ ਹੈ। ਜਿੱਥੇ ਮੇਰੀ ਸੁਰਤ ਮੈਨੂੰ ਟੋਰਦੀ ਹੈ ਮੈਂ ਉੱਥੇ ਚਲੇ ਜਾ ਰਿਹਾ। ਮੇਰਾ ਜਨਮ ਵੀ ਇਸ ਤਰ੍ਹਾਂ ਹੋ ਰਿਹਾ ਹੈ, ਮੇਰੇ ਸੰਸਕਾਰ ਵੀ ਇੱਦਾਂ ਬਣ ਰਹੇ ਹੈ, ਮੈਂ ਆਪਣੀ ਕਮਿਟਮੈਂਟਸ ਵੀ ਇਸੇ ਤਰ੍ਹਾਂ ਕਰੀ ਜਾ ਰਿਹਾ ਹਾਂ, ਮੈਂ ਆਪਣੇ ਡਿਸੀਜਨਸ ਵੀ ਇਸ ਕਰਕੇ ਲਈ ਜਾ ਰਿਹਾ ਹਾਂ
ਇਹ ਹੁਣ ਸਾਰਾ ਮੇਰੇ ਕੰਟਰੋਲ ਤੋਂ ਬਾਹਰ ਹੈ। ਮੈਨੂੰ ਲੱਗਦਾ ਮੈਂ ਕੰਟਰੋਲ ਕਰ ਰਿਹਾ, ਪਰ ਕਿਉਂਕਿ ਸੁਰਤ ਦਾ ਮੈਨੂੰ ਗਿਆਨ ਹੀ ਨਹੀਂ ਹੈ, ਉਹ ਮੇਰਾ ਰਾਹ ਬਣਾਈ ਜਾਂਦੀ ਹੈ। ਕਾਹੇ ਜੀ ਕਰੋ ਚਤੁਰਾਈ, ਕਾਹੇ ਜੀ ਕਰੋ ਚਤੁਰਾਈ, ਲੇਵੇ ਦੇਵੇ ਢਿੱਲ ਨਾ ਪਾਈ। ਉਹ ਕਹਿੰਦੇ ਨੇ ਇਹ ਜਿਹੜਾ ਨਾਮ ਦੇ ਵਿੱਚ ਲੀਨ ਹੋਣਾ ਹੈ, ਇਹਦੇ 'ਚ ਢਿੱਲ ਨਹੀਂ ਪਾਣੀ। ਚਤੁਰਾਈਆਂ ਔਰ ਚਲਾਕੀਆਂ ਨਾਲ ਸਾਨੂੰ ਲੱਗਦਾ ਅਸੀਂ ਕੁਝ ਗੇਨ ਕਰ ਲਵਾਂਗੇ ਲਾਈਫ ਵਿੱਚ, ਪੋਸੀਬਲ ਨਹੀਂ ਹੈ। ਇੱਕੋ ਰਸਤਾ ਹੈ, ਨਾਮ ਦੀ ਕਮਾਈ ਵਿੱਚ ਢਿੱਲ ਨਹੀਂ ਪਾਣਾ। ਜਿਤਨਾ ਇਸ ਨੂੰ ਜਲਦੀ ਬੰਨ੍ਹ ਲਵਾਂਗੇ ਉਤਨਾ ਜੀਵਨ ਸੌਖਾ ਹੋਣਾ ਸ਼ੁਰੂ ਹੋ ਜਾਏਗਾ। ਸਾਹਿਬ ਦਾ ਇੱਕ ਵਚਨ ਸੁਰਤ ਬਾਰੇ ਹੈ। ਫਿਰ ਸਾਹਿਬ ਕਹਿੰਦੇ ਨੇ, ਸੇਵਾ ਸੁਰਤ ਸ਼ਬਦ ਚਿਤ ਲਾਏ, ਹਉਮੈ ਮਾਰ ਸਦਾ ਸੁਖ ਪਾਇਆ, ਮਾਇਆ ਮੋਹ ਚੁਕਾਵਣੀਆਂ। ਸੇਵਾ ਸੁਰਤ, ਸੁਰਤ ਦੀ ਸੇਵਾ ਕੀ ਹੋਈ? ਸ਼ਬਦ ਚਿਤ ਲਾਏ। ਅਗਰ ਕੋਈ ਸੇਵਾ ਹੈ ਦੁਨੀਆ ਵਿੱਚ ਤਾਂ ਸ਼ਬਦ ਵਿੱਚ ਮਨ ਨੂੰ ਮਾਰ ਦੇਣਾ ਉੱਤਮ ਸੇਵਾ ਹੈ। ਇਸ ਮਨ ਨੂੰ ਸ਼ਬਦ ਦੇ ਅਭਿਆਸ ਰਾਹੀਂ ਮਾਰ ਲੈਣਾ, ਕਾਬੂ ਕਰ ਲੈਣਾ। ਕਾਬੂ ਕਿਵੇਂ ਹੋਏਗਾ? ਕਿ ਜਦੋਂ ਮੈਂ ਇਸ ਤੋਂ ਪਰੇ, ਇਸ ਮਨ ਤੋਂ ਪਰੇ ਜੀਣਾ ਸਿੱਖ ਲਵਾਂਗਾ, ਸ਼ਬਦ ਵਿੱਚ ਇਤਨਾ ਲੀਨ ਹੋ ਜਾਵਾਂਗਾ ਕਿ ਸ਼ਬਦ ਮੇਰੀ ਹਜ਼ੂਰੀ ਬਣ ਜਾਏਗਾ। ਔਰ ਉਸ ਇਕਾਗਰਤਾ ਵਿੱਚ ਇੱਕ ਤਾਂ ਮੈਂ ਮਨ ਨੂੰ ਨਿਰਮਲ ਕਰ ਲਵਾਂਗਾ, ਦੂਜਾ ਮੇਰੇ ਜੀਵਨ ਦਾ ਆਧਾਰ ਹੈ ਚੇਂਜਿੰਗ ਮਾਈਂਡ ਨਹੀਂ ਰਹੇਗਾ, ਉਹ ਮਨ ਦੀ ਅਵਸਥਾ ਰਹੇਗੀ ਜਿਹੜੀ ਸਦਾ ਸਟੇਬਲ ਹੈ। ਤਾਂ ਫਿਰ ਮੇਰਾ ਇਹ ਵਾਲਾ ਮਨ ਵੀ ਬਦਲਣਾ ਸ਼ੁਰੂ ਹੋ ਜਾਏਗਾ। ਅਗਰ ਕੋਈ ਕੰਪਲੀਟ ਚੇਂਜ ਚਾਹੁੰਦਾ ਜੀਵਨ ਦਾ ਤਾਂ ਨਾਮ ਅਭਿਆਸ ਹੀ ਰਸਤਾ ਹੈ। ਪਰਮਾਨੈਂਟ ਵੀ ਹੈ, ਸਦਾ ਲਈ ਹੈ, ਔਰ ਕੰਪਲੀਟ ਵੀ ਹੈ। ਸਬਕੌਂਸ਼ੀਅਸ ਤੋਂ ਇਨਸਾਨ ਨੂੰ ਬਦਲ ਦਿੰਦਾ ਹੈ। ਇਹੀ ਗੱਲ ਸਾਹਿਬ ਸਾਨੂੰ ਦੱਸ ਰਹੇ ਨੇ। ਹਉ ਵਾਰੀ ਜਿਉ ਵਾਰੀ ਸਤਿਗੁਰ ਕੇ ਬਲਿਹਾਰਨੀ, ਗੁਰਮਤੀ ਪ੍ਰਗਾਸ ਹੋਆ ਜੀ ਅਨਦਿਨ ਹਰ ਗੁਰ ਗਾਵਣੀਆਂ। ਇਹ ਹਰੀ ਦੇ ਗੁਣ ਗਾਣੇ, ਇਸੇ ਰਸਤੇ ਤੋਂ ਅਸੀਂ ਨਿਕਲਣਾ ਹੈ। ਇਸੇ ਰਸਤੇ ਤੋਂ ਸਾਨੂੰ ਆਪਣੇ ਮਨ ਦਾ ਗਿਆਨ ਹੋਣਾ ਹੈ। ਅਸੀਂ ਸਾਰਾ ਜੀਵਨ ਆਪਣੇ ਮਨ ਤੋਂ ਹੀ ਜੀਂਦੇ ਹਾਂ। ਜੋ ਮੈਂ ਆਪ ਨੂੰ ਕਹਿ ਰਿਹਾ, ਜਿਤਨੇ ਵੀ ਸੁਣਦੇ ਹੈ, ਉਹਦਾ ਅਕਸ ਅਲੱਗ-ਅਲੱਗ ਪ੍ਰਤੀਬਿੰਬ ਪੈਂਦਾ ਹੈ ਹਰ ਇੱਕ ਦੇ ਮਨ ਵਿੱਚ, ਕਿਉਂਕਿ ਅਸੀਂ ਆਪਣੇ ਮਨ ਦੀ ਜਿਸ ਤਰ੍ਹਾਂ ਦੀ ਉਹਦੀ ਬਣਤ ਹੈ, ਜੋ ਬਣਾਈ ਹੈ, ਉਸੇ ਤਰ੍ਹਾਂ ਅਸੀਂ ਰਿਸੀਵ ਕਰਦੇ ਹਾਂ ਮੈਸੇਜਿਸ। ਬਾਅਦ ਦਫਾ ਅਸੀਂ ਆਪਣੀ ਚੋਇਸਿਸ ਨਾਲ ਫਿਲਟਰ ਕਰ ਦਿੰਦੇ ਹਾਂ ਜਿਹੜੀ ਚੀਜ਼ ਸਾਨੂੰ ਚੰਗਾ ਨਹੀਂ ਲੱਗਦੀ। ਤਾਂ ਇਹ ਮਨ ਦੇ ਗਿਆਨ ਹੈ, ਮਨ ਬਾਰੇ ਗਿਆਨ, ਸੁਰਤ ਬਾਰੇ ਗਿਆਨ ਹੈ। ਮਨ ਜਦੋਂ ਪ੍ਰੈਸ਼ਰ ਵਿੱਚ ਆਉਂਦਾ ਹੈ, ਸਭ ਤੋਂ ਪਹਿਲਾਂ ਕੰਫਰਟ ਸੀਕ ਕਰਦਾ ਹੈ। ਔਰ ਅਗਰ ਉੱਥੇ ਸ਼ੇਅਰਿੰਗ ਨਹੀਂ ਹੈ, ਅੰਡਰਸਟੈਂਡਿੰਗ ਨਹੀਂ ਹੈ, ਤਾਂ ਫਿਰ ਉਹ ਐਬਰੇਸ਼ਨਸ ਵਿੱਚ ਚਲਾ ਜਾਏਗਾ। ਤਰ੍ਹਾਂ ਤਰ੍ਹਾਂ ਦੇ ਅਜੀਬ ਕਾਰਨਾਮੇ ਕਰੇਗਾ ਆਪਣੇ ਰਿਲੀਜ਼ ਵਾਸਤੇ। ਇਹ ਹੁਣ ਮਨ ਰੋਗੀ ਹੋ ਗਿਆ। ਦੇਖੋ, ਮਹਾਰਾਜ ਨੇ ਹੁਣ ਸਾਨੂੰ ਇਸ ਪੌੜੀ ਵਿੱਚ ਅਸੀਂ ਉਤਰਦੇ ਹਾਂ। ਸਾਲਾ ਹੀ ਸਲਾਹ ਏਤੀ ਸੁਰਤ ਨਾ ਪਾਈਆ। ਮਹਾਰਾਜ ਕਹਿੰਦੇ ਨੇ ਜਿਹੜੇ ਉਸ ਨੂੰ ਸਲਾਹੁੰਦੇ ਹਨ, ਜਿਹੜੇ ਉਹਦੇ ਨਾਮ ਅਭਿਆਸੀ ਨੇ, ਜਿਹੜੇ ਉਹਦੇ ਵਿੱਚ ਲੀਨ ਹੁੰਦੇ ਨੇ, ਉਹਨਾਂ ਦੀ ਸੁਰਤ ਨੂੰ ਵੀ ਉਹਦੇ ਬਾਰੇ ਗਿਆਨ ਨਹੀਂ ਹੈ। ਕਾਰਨ ਦੋ ਨੇ। ਇੱਕ ਤਾਂ ਜਦੋਂ ਮੈਂ ਨਾਮ ਵਿੱਚ ਉਤਰਦਾ ਹਾਂ, ਮੈਂ ਹੁੰਦਾ ਹੀ ਨਹੀਂ ਹਾਂ, ਤਾਂ ਨਾਪੇਗਾ ਕੌਣ ਉਸ ਨੂੰ?
ਜਿਵੇਂ ਅਗਰ ਇੱਕ ਲੂਣ ਦੀ ਡੱਲੀ ਅਸੀਂ ਪਾਣੀ 'ਚ ਪਾ ਦਈਏ ਤਾਂ ਲੂਣ ਦੀ ਡੱਲੀ ਕਹੇ ਕਿ ਮੈਂ ਨਾਪ ਲਵਾਂਗੀ ਕਿ ਪਾਣੀ ਕਿਤਨਾ ਗਹਿਰਾ ਹੈ, ਉਹ ਜਦ ਤੱਕ ਥੱਲੇ ਪਹੁੰਚੇਗਾ ਲੂਣ ਤਾਂ ਪਾਣੀ 'ਚ ਖਤਮ ਹੋ ਜਾਏਗਾ। ਇਸ ਤਰ੍ਹਾਂ ਸਾਡਾ ਹੰਕਾਰ ਵੀ ਨਾਮ ਵਿੱਚ ਲੀਨ ਹੋ ਕੇ ਇਸ ਜਲ ਰੂਪੀ ਨਿਰੰਕਾਰ ਵਿੱਚ ਸਮਾ ਜਾਂਦਾ ਹੈ। ਜਦ ਮੈਂ ਹਾਂ ਹੀ ਨਹੀਂ ਤਾਂ ਮੈਂ ਕੀ ਉਹਦੀ ਬਿੱਤ ਕਿਵੇਂ ਜਾਣਾਂਗਾ? ਮੈਂ ਕਿਵੇਂ ਜਾਣਾਂਗਾ? ਮੇਰੀ ਸੁਰਤ ਕਿਵੇਂ ਜਾਣੇਗੀ ਉਹਦੇ ਬਾਰੇ? ਕੋਈ ਤਰੀਕਾ ਨਹੀਂ ਹੈ। ਦੂਸਰਾ ਕਾਰਨ ਕੀ ਹੈ ਕਿ ਉਹ ਅਸੀਮ ਹੈ। ਮੈਂ ਉਸ ਅਸੀਮ ਵਿੱਚ ਸਮਾ ਸਕਦਾ ਵਾਂ, ਅਸੀਮ ਨੂੰ ਜਾਣ ਨਹੀਂ ਪਾਵਾਂਗਾ ਕਿ ਅਸੀਮ ਦਾ ਇਨਫਾਈਨਾਈਟ ਦੀ ਡਾਇਮੈਂਸ਼ਨ ਕੀ ਹੈ, ਕਿਉਂਕਿ ਡਾਇਮੈਂਸ਼ਨ ਲੈਸ ਹੈ। ਅੱਜ ਐਸਟਰੋਨੋਮੀ ਵਿੱਚ ਵੀ ਅਗਰ ਤੁਸੀਂ ਸਟੱਡੀ ਕਰੋ ਤਾਂ ਇੱਕ ਥਿਊਰੀ ਹੈ ਐਕਸਪੈਂਡਿੰਗ ਯੂਨੀਵਰਸ ਦੀ। ਉਹ ਕਹਿੰਦੇ ਨੇ ਸਦਾ ਐਕਸਪੈਂਡ ਹੁੰਦਾ ਰਹਿੰਦਾ ਹੈ। ਤਾਂ ਜਿਹੜਾ 10 ਸਾਲ ਪਹਿਲੇ ਇਹਨਾਂ ਨੇ ਕੈਲਕੂਲੇਸ਼ਨ ਦਿੱਤੀ, 10 ਸਾਲ ਬਾਅਦ ਕਿਹਾ ਕਿ ਜੀ ਇਹ ਤਾਂ ਗਲਤ ਹੈ ਬਿਲਕੁਲ ਹੀ। ਇਸ ਤਰ੍ਹਾਂ ਉਹਦਾ ਅੰਤ ਕੌਣ ਪਾ ਸਕਦਾ ਹੈ? ਉਹਦਾ ਅੰਤ ਪਾਉਣ ਦਾ ਯਤਨ ਆਪਣੇ ਆਪ ਨੂੰ ਜਾਣਨ ਦੀ ਕਿਉਰਿਓਸਿਟੀ ਹੀ ਹੈ ਕਿ ਮੈਂ ਕੌਣ ਹਾਂ, ਮੈਂ ਕੀ ਚੀਜ਼ ਹਾਂ। ਬਾਹਰਮੁਖੀ ਢੂੰਡ, ਬਾਹਰਮੁਖੀ ਜੀਵਨ ਵਿਦ ਦੀ ਤਲਾਸ਼, ਅੰਤਰਮੁਖੀ ਅੰਤਰ ਦੀ ਅਵਸਥਾ ਨੂੰ ਜਾਣਨ ਦਾ ਹੀ ਕਾਰਨ ਹੈ। ਅੰਤਰ ਦੀ ਇਨਕੰਪਲੀਟਨੈਸ ਦੇ ਕਾਰਨ ਹੀ ਹੈ। ਅੰਤਰ ਵਿੱਚ ਖੋਖਲੇਪਨ ਦੇ ਕਾਰਨ ਹੀ ਮੈਂ ਬਾਹਰ ਢੂੰਡਦਾ ਵਾਂ, ਕਿਉਂਕਿ ਅੰਤਰ ਵਿੱਚ ਮੈਂ ਭਟਕ ਗਿਆ ਹਾਂ। ਇਸ ਕਰਕੇ ਬਾਹਰ ਮੈਨੂੰ ਲੱਗਦਾ ਹੈ ਕਿ ਮੈਂ ਥੰਮ ਲਵਾਂਗਾ, ਕਿ ਮੈਂ ਕੁਛ ਗਿਆਨ ਪ੍ਰਾਪਤ ਕਰ ਲਵਾਂਗਾ ਅਤੇ ਮੈਨੂੰ ਕੁਛ ਮਿਲ ਜਾਏਗਾ। ਇਹ ਦ ਗੇਮਸ ਪੀਪਲ ਪਲੇ। ਪਰ ਬਾਅਦ ਦਫਾ ਅਸੀਂ ਆਪਣੇ ਆਪ ਨੂੰ ਹੀ ਧੋਖਾ ਦਿੰਦੇ ਹਾਂ। ਕਿਸੇ ਹੋਰ ਨੂੰ ਕੀ ਧੋਖਾ ਦੇ ਸਕਦੇ ਹਾਂ? ਅਸੀਂ ਆਪਣੇ ਮਨ ਵਿੱਚ ਇਸ ਧਰਤੀ ਵਿੱਚ ਆਏ ਹਾਂ। ਮਨ ਨੇ ਸਰੀਰ ਨੂੰ ਧਾਰਨ ਕੀਤਾ ਹੈ, ਇੰਦਰੀਆਂ ਨਾਲ ਜੁੜ ਗਿਆ ਹੈ। ਪੂਰਾ ਜੀਵਨ ਨਿਕਲਣਾ ਹੈ, ਸਰੀਰ ਰਹਿ ਜਾਏਗਾ। ਮਨ ਨਾਲ ਅਸੀਂ ਹੀ ਅੱਗੇ ਜਾਵਾਂਗੇ। ਜੋ ਮਨ ਦੀ ਅਵਸਥਾ ਹੈ ਉਹਦੇ ਵਿੱਚ ਜੀਆਂਗੇ। ਔਰ ਇੱਥੇ ਦੂਸਰਾ ਕੋਈ ਹੈ ਹੀ ਨਹੀਂ। ਮੈਂ ਕਿਸੇ ਦਾ ਨੁਕਸਾਨ ਕਰਾਂਗਾ, ਉਹ ਮੇਰੇ ਮਨ ਵਿੱਚ ਪ੍ਰਤੀਬਿੰਬ ਆ ਗਿਆ, ਉਹ ਮੇਰਾ ਹੀ ਹਿੱਸਾ ਬਣ ਗਿਆ। ਦੂਜਾ ਕੋਈ ਨਹੀਂ ਹੈ, ਸਭ ਇੱਕੋ ਹੀ ਹੈ। ਇਸ ਕਰਕੇ ਮੈਂ ਕਿਸੇ ਨੂੰ, ਦੂਸਰੇ ਨੂੰ ਹਾਰਮ ਕਰਦਾ ਵਾਂ, ਇਹ ਸੋਚਦਾ ਵਾਂ ਕਿ ਉਸ ਨੂੰ ਨੁਕਸਾਨ ਦੇ ਰਹੇ ਹਾਂ। ਨੁਕਸਾਨ ਮੇਰਾ ਹੀ ਹੋ ਰਿਹਾ ਹੈ, ਦੋਨਾਂ ਦਾ ਹੋ ਰਿਹਾ ਹੈ। ਉਹਦੇ ਕੋਲ ਫਿਰ ਵੀ ਪੋਟੈਂਸ਼ੀਅਲ ਹੈ ਟੂ ਗਰੋ, ਕਿਉਂਕਿ ਅਸੀਂ ਦੁੱਖ ਨੂੰ ਫਿਰ ਵੀ ਸੁੱਖ ਬਣਾ ਸਕਦੇ ਹਾਂ। ਸਾਡੇ ਕੋਲ ਨਹੀਂ ਹੈ। ਔਰ ਇਹ ਹੁਣ ਮੇਰੇ ਜੀਵਨ ਦਾ ਹਿੱਸਾ ਬਣ ਗਿਆ। ਇੱਥੇ ਕੋਈ ਦੋ ਨਹੀਂ ਹੈ। ਸਾਡਾ ਅੰਤःਕਰਨ ਵਿੱਚ ਮਨ ਇੱਕੋ ਹੀ ਹੈ। ਔਰ ਉਸ ਮਨ ਵਿੱਚ ਮੈਂ ਜੀਣਾ ਹੈ। ਮੈਂ ਆਪਣੇ ਕ੍ਰੀਏਟਿਡ ਮਾਈਂਡ ਵਿੱਚ ਜੀਣਾ ਹੈ, ਜਿਹੜਾ ਮੈਂ ਕੰਡੀਸ਼ਨਿੰਗ ਨਾਲ ਮੇਰਾ ਬਣ ਗਿਆ। ਮੈਂ ਵੱਡਾ ਹੋਇਆ, ਕਿਸੇ ਨੇ ਮੈਨੂੰ ਕੁਝ ਸਿਖਾਇਆ, ਮੈਂ ਆਈਡੈਂਟਿਟੀ ਆਪਣੀ ਬਣਾਈ। ਮੈਂ ਕਿਹਦਾ ਪੁੱਤਰ ਹਾਂ, ਕਿਹਦਾ, ਕੌਣ ਮੇਰੀ ਘਰਵਾਲੀ ਹੈ, ਕੌਣ ਮੇਰੇ ਬੱਚੇ ਨੇ। ਇਹ ਆਈਡੈਂਟਿਟੀ ਹੈ ਮਨ ਦੀ। ਇਹ ਸਭ ਕੁਝ ਰਿਫਲੈਕਟਿਡ ਮਨ ਵਿੱਚ ਹੀ ਹਨ। ਜੋ ਕੁਝ ਬਾਹਰ ਹੈ ਉਹਦਾ ਅੰਦਰ ਰਿਫਲੈਕਸ਼ਨ ਹੈ। ਪਰ ਇਹ ਸਭ ਇੱਕ ਦਿਨ ਖਤਮ ਹੋ ਜਾਣਾ ਹੈ। ਔਰ ਉਸ ਦੇ ਜੋ ਸੰਸਕਾਰ ਬਣੇ, ਉਸ ਦੇ ਜੋ ਪ੍ਰਤੀਬਿੰਬ ਰਹੇ, ਉਹ ਮੇਰੇ ਨਾਲ ਬੈਗੇਜ ਬਣ ਕੇ ਅੱਗੇ ਦਾ ਮੇਰਾ ਰਸਤਾ ਬਣਾਉਂਦਾ ਜਾਏਗਾ। ਇਸ ਤਰ੍ਹਾਂ ਜੀਵਨ ਦੀ ਡੈਸਟੀਨੀ ਜਿਹੜੀ ਹੈ ਇਸ ਤਰ੍ਹਾਂ ਬਣ ਜਾਂਦੀ ਹੈ। ਔਰ ਅਸਲ ਵਿੱਚ ਸਾਨੂੰ ਕੰਟਰੋਲ ਨਹੀਂ ਹੈ। ਤਾਂ ਮਹਾਰਾਜ ਕਹਿੰਦੇ ਹੈ, ਨਦੀਆਂ ਅਤੇ ਵਾਹ ਪਵੇ, ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣੀਏ। ਮਹਾਰਾਜ ਕਹਿੰਦੇ ਨੇ ਕਿ ਜਿਹੜੀਆਂ ਨਦੀਆਂ ਨੇ ਉਹ ਦੌੜਦੀਆਂ ਜਾ ਰਹੀਆਂ ਹਨ ਸਮੁੰਦਰ ਵੱਲ। ਉਹ ਵਹਿ ਰਹੀਆਂ ਹਨ ਤੇਜ਼ੀ ਨਾਲ। ਪਵੇ ਸਮੁੰਦ ਨਾ ਜਾਣੀਏ,
ਪਰ ਸਮੁੰਦਰ ਦੀ ਗੱਲ ਨਹੀਂ ਕਰ ਪਾਉਣਗੇ ਤੁਹਾਨੂੰ। ਕੋਈ ਨਦੀ ਸਮੁੰਦਰ ਵਿੱਚ ਪਹੁੰਚ ਕੇ ਨਹੀਂ ਕਹਿ ਪਾਏਗੀ ਕਿ ਕਿਤਨਾ ਵੱਡਾ ਸਮੁੰਦਰ ਹੈ। ਉਹਦੀ ਤਾਂ ਆਈਡੈਂਟੀਟੀ ਖਤਮ ਹੋ ਗਈ। ਜਦੋਂ ਨਦੀ ਸਮੁੰਦਰ ਵਿੱਚ ਮਿਲੀ, ਨਦੀ ਰਹੀ ਨਹੀਂ ਗਈ। ਨਾ ਉਹਦਾ ਪਾਣੀ ਅਸੀਂ ਲੱਭ ਪਾਵਾਂਗੇ ਕਿ ਕਿੱਥੇ ਹੈ ਨਦੀ ਦਾ ਪਾਣੀ। ਹੁਣ ਸਾਰਾ ਸਾਗਰ ਹੀ ਬਣ ਗਿਆ, ਸਭ ਸਮੁੰਦਰ ਹੀ ਬਣ ਗਿਆ। ਇਸੇ ਤਰ੍ਹਾਂ ਮੇਰਾ ਮਨ ਵੀ ਇਸੇ ਤਰ੍ਹਾਂ ਹੀ ਹੈ। ਜਦੋਂ ਇਹ ਹੰਕਾਰ ਤੋਂ ਪਰੇ ਜਾਂਦਾ ਹੈ ਤਾਂ ਲੀਨ ਹੋ ਜਾਂਦਾ ਹੈ। ਫਿਰ ਇਹਦੀ ਆਈਡੈਂਟੀਟੀ ਨਹੀਂ ਰਹਿੰਦੀ। ਜਦੋਂ ਇਹਦੀ ਆਈਡੈਂਟਿਟੀ ਹੀ ਨਹੀਂ ਰਹਿ ਗਈ, ਉਹ ਕਿਵੇਂ ਰਸਤੇ ਤੋਂ ਦੱਸੇਗਾ ਕਿ ਕਿੰਨਾ ਵੱਡਾ ਰੱਬ ਹੈ, ਉਹਦੀ ਕੀ ਖਬਰ ਭੇਜੇਗਾ। ਮਹਾਰਾਜ ਸਾਨੂੰ ਇੱਥੇ ਸੁਰਤ ਦੀ ਗੱਲ ਕਰ ਰਹੇ ਹਨ, ਸਾਡੇ ਮਨ ਦੀ ਗੱਲ ਕਰ ਰਹੇ ਹਨ ਕਿ ਜੀਵਨ ਵਿੱਚ ਜਦੋਂ ਅਸੀਂ ਗਿਆਨ ਵੱਲ ਜਾਵਾਂਗੇ, ਸੁਰਤ ਵੱਲ ਜਾਵਾਂਗੇ, ਸਲਾਹਣ ਵੱਲ ਜਾਵਾਂਗੇ ਉਸ ਨੂੰ, ਤਾਂ ਉੱਥੇ ਵੀ ਇਹੋ ਜਿਹੇ ਬੈਂਚਮਾਰਕ ਲੈ ਕੇ ਨਾ ਜਾਈਏ ਜੋ ਜੀਵਨ ਵਿੱਚ ਕਰਦੇ ਹਾਂ ਨਾਪਣ ਵਾਸਤੇ। ਉਹੀ ਕੰਪੀਟੀਸ਼ਨ ਲੈ ਕੇ ਨਾ ਉਤਰੀਏ ਨਾਮ ਵਿੱਚ, ਉਤਰ ਸਕਦੇ ਹੀ ਨਹੀਂ। ਪਰ ਇਹ ਐਟੀਟਿਊਡ ਅਸੀਂ ਕਈ ਵਾਰੀ ਕਰ ਲੈਂਦੇ ਹਾਂ, ਟਾਰਗੇਟ ਬਣਾ ਦਿੰਦੇ ਹਾਂ ਆਪਣੇ ਕਿ ਹੁਣ ਮੈਨੂੰ ਦਸਮ ਦੁਆਰ ਦੇ ਦਰਸ਼ਨ ਹੋ ਜਾਣ, ਹੁਣ ਮੈਨੂੰ ਆਨੰਦ ਦੀ ਪ੍ਰਾਪਤੀ ਹੋ ਜਾਏ। ਜੇ ਐਸੀ ਸੋਚ ਕੇ ਉਤਰੇ ਤਾਂ ਦੁਐਤ ਵਿੱਚ ਆ ਗਏ। ਫਿਰ ਇੱਕ ਮੈਂ ਹਾਂ ਔਰ ਇੱਕ ਇਹ ਥਾਟ ਹੈ। ਹੁਣ ਇਕਾਗਰ ਬਣਤਾ ਰਿਹਾ ਨਹੀਂ ਤਾਂ ਨਾਮ ਤਾਂ ਦੂਰ ਚਲਾ ਗਿਆ। ਤਾਂ ਅਭਿਆਸ ਦੇ ਕਰਦੇ ਵੇਲੇ ਇਸ ਥਾਟ ਨੂੰ ਨਹੀਂ ਲਿਆਉਣਾ, ਇਨਕਰੇਜ ਨਹੀਂ ਕਰਨਾ ਕਿ ਅਸੀਂ ਕੋਈ ਟਾਰਗੇਟ ਰੱਖੇ ਹੈ। ਇਹ ਚੀਜ਼ਾਂ ਸੁਤੇ ਸਿੱਧ ਕਮਾਈ ਨਾਲ ਆਪਣੇ ਆਪ ਦਰਸ਼ਨ ਵਿੱਚ ਆਉਂਦੀਆਂ ਜਾਣਗੀਆਂ। ਸਿੱਖ ਨੂੰ ਇਹੀ ਹੁਕਮ ਹੈ ਕਿ ਸਹਿਜ ਵਿੱਚ ਗਾਵੀਏ ਸੁਣੀਏ ਮਨ ਰੱਖੀਏ ਪਾਓ, ਧਰਮ ਦਇਆ ਔਰ ਸੰਤੋਖ। ਅਸੀਂ ਆਪਣੇ ਨਾਮ ਅਭਿਆਸ ਵਿੱਚ ਲੀਨ ਹੋਣਾ ਹੈ। ਉਹਦੇ ਵਿੱਚ ਟਾਰਗੇਟ ਲੈ ਕੇ ਨਹੀਂ ਉਤਰਨਾ ਹੈ ਕਿ ਅਸੀਂ ਕਿੱਧਰ ਜਾਣਾ ਹੈ, ਅਸੀਂ ਹੁਣ ਇਸ ਅਵਸਥਾ ਦੀ ਪ੍ਰਾਪਤੀ ਕਰ ਲਈਏ। ਜੋ ਐਕਸਪੀਰੀਅੰਸਿਸ ਵੀ ਹੋਣ ਉਹ ਵੀ ਮਨ ਦੇ ਅੰਦਰ ਹੀ ਰਹਿ ਜਾਣ ਤਾਂ ਬਿਹਤਰ ਹੈ। ਬਹੁਤ ਜ਼ਰੂਰੀ ਹੈ ਤਾਂ ਉਹਨਾਂ ਨਾਲ ਸ਼ੇਅਰ ਕਰੀਏ ਜਿਨ੍ਹਾਂ ਨੂੰ ਈਰਖਾ ਨਾ ਹੋਏ, ਨਹੀਂ ਤਾਂ ਇਹ ਵੀ ਨੁਕਸਾਨ ਕਰ ਸਕਦੀ ਹੈ। ਉਹ ਬੜਾ ਮੁਸ਼ਕਿਲ ਹੈ, ਕੌਣ ਕਿਸ ਨਾਲ ਸ਼ੇਅਰ ਕਰਾਂਗੇ। ਤਾਂ ਜਦੋਂ ਅਭਿਆਸ ਵਿੱਚ ਉਤਰਨਾ ਹੈ, ਫਿਰ ਅਸੀਂ ਸਮੁੰਦਰ ਦੀ ਗਹਿਰਾਈ ਕਿੰਨੀ ਹੈ ਇਹਦੀ ਖਬਰ ਨਹੀਂ ਦੇ ਪਾਵਾਂਗੇ ਕਿਸੇ ਨੂੰ, ਕਿਉਂਕਿ ਨਦੀ ਵਰਗਾ ਮੇਰਾ ਮਨ ਸਮੁੰਦਰ ਵਿੱਚ ਲੀਨ ਹੋ ਕੇ ਗਵਾਚ ਹੀ ਜਾਏਗਾ। ਬਾਦਫਾ ਤੇ ਆਨੰਦ ਵਿੱਚ ਹੀ ਹਉਮੈ ਮਰ ਜਾਂਦੀ ਹੈ। ਹਉਮੈ ਜਾਏਗੀ ਤਾਂ ਆਨੰਦ ਆਏਗਾ, ਨਹੀਂ ਤਾਂ ਆਨੰਦ ਹੀ ਨਹੀਂ ਆਏਗਾ। ਪਰ ਟਾਰਗੇਟ ਲੈ ਕੇ ਨਹੀਂ ਉਤਰਨਾ ਹੈ, ਨਾਪਾ ਫੀਤਾ ਲੈ ਕੇ ਨਹੀਂ ਨਾਮ ਵਿੱਚ ਉਤਰਨਾ ਹੈ। ਸਾਹਿਬ ਸਾਨੂੰ ਦੱਸ ਰਹੇ ਹਨ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਅਸੀਂ ਸੁੱਤੇ ਸਿੱਧ ਕਮਾਉਣਾ ਹੈ। ਨਾਮ ਵਿੱਚ ਸਹਿਜ ਔਰ ਸੰਤੋਖ ਵਿੱਚ ਉਤਰ ਜਾਣਾ ਹੈ, ਨਹੀਂ ਤਾਂ ਨਾਮ ਦੀ ਇਕਾਗਰਤਾ ਟੁੱਟ ਜਾਏਗੀ। ਮਹਾਰਾਜ ਦਾ ਇਹ ਸ਼ਬਦ ਬੜਾ ਛੋਟਾ ਹੈ, ਪੌੜੀ ਬੜੀ ਛੋਟੀ ਹੈ, ਪਰ ਸੁਰਤ ਦੀ ਗੱਲ ਬੜੀ ਡੂੰਘੀ ਹੈ। ਨਦੀ ਦਾ ਰਾਹ ਬੜਾ ਲੰਬਾ ਹੈ। ਸਮੁੰਦਰ ਬਣਨ ਵਾਸਤੇ ਅਸੀਂ ਵੀ ਵਿਆਕੁਲ ਹਾਂ। ਸਾਹਿਬ ਸਾਨੂੰ ਪਹੁੰਚੇ ਅਵਸਥਾ ਦੀ ਗੱਲ ਦੱਸਦੇ ਹਨ। ਸਾਹਿਬ ਸਾਨੂੰ ਇਹ ਵੀ ਦੱਸ ਰਹੇ ਹਨ ਕਿ ਸਕਸੈਸ ਜੀਵਨ ਦਾ ਕੀ ਹੈ। ਮਹਾਰਾਜ ਕਹਿੰਦੇ ਨੇ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ। ਸਮੁੰਦਰ ਦੇ ਸੁਲਤਾਨ, ਕਈ ਸਮੁੰਦਰਾਂ ਦੇ ਮਾਲਕ ਹੋਣ, ਗਿਰਹਾ ਸੇਤੀ ਮਾਲ ਧਨ, ਉਹਨਾਂ ਨੂੰ ਧਨ ਹੋਏ ਜਿਵੇਂ ਪਹਾੜ ਰੂਪੀ ਧਨ ਹੋਏ।
ਪਹਾੜ ਵਰਗਾ ਧਨ, ਇੰਨਾ ਜ਼ਿਆਦਾ ਧਨ ਹੋਏ ਜਿਵੇਂ ਪਹਾੜੀ ਹੈ। ਗਿਰਹਿ ਸੇਤੀ ਮਾਲ ਧਨ, ਪਹਾੜ ਵਰਗਾ ਧਨ ਹੋਏ, ਇੰਨਾ ਜ਼ਿਆਦਾ ਧਨ ਹੋਏ। ਹੁਣ ਇਹਨੂੰ ਸਕਸੈਸ ਗਿਣਾਂਗੇ ਅਸੀਂ ਤਾਂ? ਅੱਜ ਦੇ ਜੀਵਨ ਵਿੱਚ ਦੇਖੀਏ ਤੇ ਕਹੀਏ ਬਈ ਬਹੁਤ ਸਕਸੈਸਫੁਲ, ਬਹੁਤ ਰਿਚ ਪਰਸਨ ਹੈ, ਬਹੁਤ ਜ਼ਿਆਦਾ ਪਦਾਰਥ ਨੇ, ਨਾਮ ਹੈ। ਕਿਉਂਕਿ ਜੀਵਨ ਵਿੱਚ ਜਦੋਂ ਪੈਸਾ ਬਹੁਤਾ ਆ ਜਾਂਦਾ ਹੈ ਫਿਰ ਵੈਸੇ ਹੀ ਨਾਮ ਹੋ ਜਾਂਦਾ ਹੈ, ਭਾਵੇਂ ਕਰਮ ਜਿਹੋ ਜਿਹੇ ਵੀ ਹੋਣ। ਇਸੇ ਤਰ੍ਹਾਂ ਹੀ ਹੈ ਜੀਵਨ ਅੱਜ ਕੱਲ੍ਹ। ਅਸੀਂ ਗਲੈਮਰ ਤੋਂ ਇੰਨੇ ਇਫੈਕਟਡ ਹੋ ਜਾਂਦੇ ਹਾਂ ਕਿ ਜਜਮੈਂਟਸ ਆਪਣੀ ਅਸੀਂ ਝੁੱਕੀ ਜਾਂਦੇ ਹਾਂ, ਕਿਉਂਕਿ ਉਸ ਚੀਜ਼ ਵੱਲ ਅਸੀਂ ਬਹੁਤ ਅਟਰੈਕਟਡ ਹਾਂ, ਪਾਵਰ ਐਂਡ ਮਨੀ। ਅਤੇ ਜਿਹਦੇ ਕੋਲ ਪਾਵਰ ਐਂਡ ਮਨੀ ਹੈ ਲੱਗਦੇ ਆ ਉਹ ਠੀਕ ਹੀ ਹੈ, ਉਹੀ ਇਨਸਾਨ ਠੀਕ ਹੈ, ਉਹੀ ਟਾਰਗੇਟ ਬਣ ਜਾਂਦਾ ਸਾਡਾ। ਜਿਹੜੀ ਸੁਸਾਇਟੀ ਵਿੱਚ ਪੈਸੇ ਵਾਲੇ ਲੋਕ ਕਰਪਟ ਹੋਣਗੇ, ਸਾਰੀ ਸੁਸਾਇਟੀ ਦੂਸ਼ਿਤ ਹੋ ਜਾਏਗੀ, ਕਿਉਂਕਿ ਐਕਸੈਪਟੇਬਲ ਗਿਣਿਆ ਜਾਏਗਾ ਕਿ ਇਹ ਤਾਂ ਠੀਕ ਹੈ ਕਰਨਾ। ਹੁਣ ਅਮਰੀਕਾ ਵਿੱਚ ਜੇਲ੍ਹ ਵਿੱਚ ਭੇਜਿਆ ਗਿਆ, ਉਹ ਨਾਂ ਭੁੱਲ ਗਿਆ ਮੈਂ, ਫਿਰ ਉਹ ਜੇਲ੍ਹ ਵਿੱਚ ਹੀ ਮਰ ਗਿਆ। ਹੁਣ ਉਹਦੀ ਗਰਲਫਰੈਂਡ ਨੂੰ ਵੀ ਜੇਲ੍ਹ ਕਰਤੀ, ਪੀਡੋਫਾਈਲ ਸੀ, ਬੱਚਿਆਂ ਨਾਲ ਸੈਕਸ ਕਰਦਾ ਸੀ। ਔਰ ਉਹੀ ਨਹੀਂ, ਹੋਰ ਬਹੁਤ ਕਹਿ ਰਹੇ ਨੇ ਕਿ ਰਿਚ ਐਂਡ ਫੇਮਸ ਉਹਦੇ ਨਾਲ ਅਟੈਚ ਸੀਗੇ। ਇਹ ਮਨ ਦੇ ਰੋਗ ਨੇ। ਹੁਣ ਇਹ ਇਨਸਾਨ ਭਾਵੇਂ ਉਹਦੇ ਕੋਲ ਬਹੁਤ ਪੈਸਾ ਹੋਏ ਪਰ ਅੰਤਹਿਕਰਨ ਬਹੁਤ ਦੁਖੀ ਹੈ, ਬਹੁਤ ਉਦਾਸ ਹੈ, ਬਹੁਤ ਅਕੇਲਾ ਹੈ। ਇਸੇ ਕਰਕੇ ਇਹੋ ਜਿਹੇ ਕਰਮ ਹੋ ਰਹੇ ਹਨ। ਇਹ ਮਨ ਦੇ ਰੋਗ ਨੇ, ਪੈਸੇ ਤੋਂ ਨਹੀਂ ਹਟਣ ਵਾਲੇ। ਭਾਵੇਂ ਸਮੁੰਦਰ ਦੇ ਪੈਸੇ ਭਰ ਦੇਈਏ, ਰੋਗ ਵੱਧਦਾ ਜਾਏਗਾ, ਘਟੇਗਾ ਨਹੀਂ। ਤੋ ਇਹਨਾਂ ਲੋਕਾਂ ਨੂੰ ਅਸੀਂ ਮੰਨਦੇ ਹਾਂ ਕਿ ਇਹ ਲੀਡਰਸ ਨੇ ਸਾਡੇ, ਇਹ ਸਾਨੂੰ ਸਕਸੈਸ ਡਿਫਾਈਨ ਕਰ ਰਹੇ ਨੇ, ਜੀਵਨ ਦਾ ਸਕਸੈਸ ਕੀ ਹੈ। ਤਾਂ ਸਾਹਿਬ ਸਾਨੂੰ ਆਦੇਸ਼ ਕਰ ਰਹੇ ਹਨ ਕਿ ਇਹ ਜਿਹੜੇ ਸੁਲਤਾਨ ਨੇ, ਬੜੇ ਪੈਸੇ ਵਾਲੇ ਲੋਕ ਨੇ, ਕੀੜੀ ਤੁਲ ਨਾ ਹੋਵਨੀ ਜੇ ਤੂੰ ਮਨੋ ਨਾ ਵਿਸਰੇ, ਜੇ ਤਿਸ ਮਨੋ ਨਾ ਵਿਸਰੇ। ਕੀੜੀ ਦਾ ਮਤਲਬ ਛੋਟੇ ਤੋਂ ਛੋਟਾ ਵੀ ਇਨਸਾਨ ਜਿਹੜਾ ਨਾਮ ਅਭਿਆਸ ਕਰਦਾ ਹੈ, ਜਿਹਦੇ ਮਨ 'ਚੋਂ ਨਿਰੰਕਾਰ ਨਹੀਂ ਭੁੱਲਿਆ, ਉਹਦੇ ਤੁਲ ਦੇ ਮਾਤਰ ਵੀ ਨਹੀਂ ਹਨ ਇਹੋ ਜਿਹੇ ਲੋਕ। ਸਕਸੈਸ ਕੀ ਹੈ ਫਿਰ? ਦੁਨੀਆ ਵਿੱਚ ਕਮਾਈ ਕਰਕੇ ਮਾਲਦਾਰ ਹੋ ਜਾਣਾ ਸਕਸੈਸਫੁਲ, ਕਿ ਨਾਮ ਅਭਿਆਸ ਕਰਕੇ ਮਨ ਨੂੰ ਨਾਮ ਔਰ ਸੁਰਤ ਨਾਲ ਜੋੜ ਕੇ ਜੀਵਨ ਨੂੰ ਸੁਲਝਾ ਦੇਣਾ? ਸਕਸੈਸ ਕਿਹੜਾ ਹੈ? ਇਹ ਡਿਫਾਈਨ ਹੋ ਗਿਆ ਇੱਥੇ। ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੇ। ਜੇ ਉਹਦੇ ਮਨ ਵਿੱਚ ਨਿਰੰਕਾਰ ਨਹੀਂ ਬਸ ਵਿਸਰਦਾ, ਉਹ ਨਾਮ ਦੇ ਵਿੱਚ ਉਹਦੀ ਸੁਰਤ ਲੀਨ ਰਹਿੰਦੀ ਹੈ, ਤਾਂ ਉਹਦੇ ਵਰਗਾ ਕੋਈ ਮਾਲਦਾਨ, ਵੈਲਦੀ ਪਰਸਨ, ਸਕਸੈਸਫੁਲ ਪਰਸਨ ਨਹੀਂ ਹੈ। ਸਕਸੈਸ ਔਰ ਵਿਕਟਰੀ ਵੀ ਇਹੀ ਹੈ, ਜਿੱਤ ਵੀ ਦੁਨੀਆ ਦੀ ਇਹੀ ਹੈ, ਨਹੀਂ ਤਾਂ ਬਾਕੀ ਸਭ ਹਾਰ ਗਏ। ਨਾਮ ਜਿਸ ਨੇ ਕਮਾ ਲਿਆ, ਜਿਹਦੀ ਸੁਰਤ ਵਿੱਚ ਸ਼ਬਦ ਇਕਾਗਰ ਹੋ ਗਿਆ, ਜਿਸ ਨੂੰ ਆਨੰਦ ਦੇ ਦਰਸ਼ਨ ਹੋ ਗਏ, ਜਿਸ ਨੇ ਨਾਮ ਦੇ ਨਾਲ ਸੰਗਤ ਕਰਕੇ ਮਨ ਨੂੰ ਨਿਰਮਲ ਕਰ ਲਿਆ, ਇਹ ਲੋਕ ਜਿੱਤ ਕੇ ਜਾਣਗੇ, ਬਾਕੀ ਸਭ ਹਾਰ ਕੇ ਜਾਣਗੇ। ਨਾਮ ਰਤੇ ਸਿੱਜਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਜਾਕੋ ਹਰ ਰੰਗ ਲਾਗੇ ਇਸ ਜਗ ਮਾਹੇ, ਸੋਈ ਕਹੀਅਤ ਹੈ ਸੂਰਾ। ਇਹੀ ਸੂਰਮੇ ਨੇ ਜਿਨ੍ਹਾਂ ਕੋਲ ਨਾਮ ਹੈ, ਬਾਕੀ ਸਭ ਝੂਠ ਹੈ। ਗਲੈਮਰ ਔਰ
ਟੀਵੀ ਵਿੱਚ ਆ ਕੇ ਲੈਕਚਰ ਦੇ ਦੇਣ ਨਾਲ ਨਹੀਂ ਸਕਸੈਸ ਡਿਫਾਈਨ ਹੁੰਦਾ। ਇੱਥੇ ਪੈਰਾਡਾਈਮਸ ਹੋਰ ਨੇ। ਅਸਲ ਜਿੱਤ ਦੁਨੀਆ ਦੀ ਸਪਿਰਿਟ ਹੈ। ਇਹ ਜੀਵਨ ਪੂਰਾ ਸਪਿਰਿਚੁਅਲ ਹੈ। ਫਿਜ਼ੀਕਲ ਦਿਖਦਾ ਹੈ ਪਰ ਇਹ ਸਪਿਰਿਟ ਦਾ ਰਿਫਲੈਕਸ਼ਨ ਹੈ। ਸਪਿਰਿਟ ਔਰ ਫਿਜ਼ੀਕਲ ਵਿੱਚ ਬਹੁਤਾ ਭੇਦ ਨਹੀਂ ਹੈ। ਗ੍ਰੋਸ ਕਰ ਦਿਓ ਸਪਿਰਿਟ ਨੂੰ ਅਤੇ ਉਹ ਫਿਜ਼ੀਕਲ ਮੈਟਰ ਬਣ ਗਿਆ। ਇਹਦੇ ਪਿੱਛੇ ਸਾਰਾ ਪ੍ਰਤੀਬਿੰਬ ਸਪਿਰਿਚੁਅਲ ਹੈ। ਨਿਰੰਕਾਰ ਸਪਿਰਿਟ ਰਾਹੀਂ ਹਾਜ਼ਰ ਹੈ। ਅਸੀਂ ਮਨ ਨਾਲ ਆਪਣੇ ਮਨ ਦੇ ਵਿੱਚ ਉਤਰ ਕੇ ਉਸ ਨਾਲ ਕਨੈਕਟ ਹੋਣਾ ਹੈ। ਹੁਣ ਇਹ ਇਸ਼ੂ ਜੀਵਨ ਦਾ ਇਹ ਹੈ ਅਸਲ। ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਜੇ ਕੋ ਕਹੇ, ਦੇਖੋ ਸਾਹਿਬ ਕਹਿ ਰਹੇ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾਂ ਸਿਧਾਂ ਕੀ ਸੁਧ। ਇਹਨੂੰ ਘੜਨਾ ਹੈ। ਇਸ ਨੂੰ ਨਾਮ ਨਾਲ ਲੀਨ ਹੋ ਕੇ ਘੜਨਾ ਹੈ। ਇਹ ਸਕਸੈਸ ਹੈ ਜੀਵਨ ਦਾ। ਬਾਕੀ ਤਾਂ ਦਿਖਦਾ ਹੈ, ਐਕਚੁਅਲੀ ਨਹੀਂ ਹੈ ਸਕਸੈਸ। ਅਸੀਂ ਵਿਚਾਰ ਰਿਹਾ ਸਾਹਿਬ ਨੇ ਕੀ ਕਿਹਾ ਸੁਰਤ ਬਾਰੇ। ਜਿਹੀ ਸੁਰਤ ਤੇਹੀ ਤਿਨ ਰਾਹ। ਜਿਹੋ ਜੀ ਸਾਡੀ ਸੁਰਤ ਹੈ ਉਹ ਸਾਡਾ ਜੀਵਨ ਬਣ ਜਾਏਗਾ। ਹੁਣ ਇਹਦੇ 'ਚ ਕੋਈ ਠੱਗੀ ਨਹੀਂ ਹੈ। ਕੋਈ ਕਹੇ ਮੈਂ ਨਾਮ ਅਭਿਆਸ ਕਰਦਾ ਵਾਂ, ਮੈਂ ਬਹੁਤ ਨਾਮ ਅਭਿਆਸੀ ਹਾਂ, ਉਹ ਸਭ ਅੰਤਰ ਵਿੱਚ ਸੁਰਤ ਦੇ ਗਿਆਨ ਵਿੱਚ ਸਭ ਪਤਾ ਲੱਗ ਜਾਂਦਾ ਹੈ। ਕਹਿਣ ਔਰ ਸੁਣਨ ਦੀ ਗੱਲ ਨਹੀਂ ਹੈ। ਇਹ ਅਸਲ ਤੱਤ ਹੈ ਜੀਵਨ ਦਾ। ਜਿਸ ਨੇ ਜਾਣਿਆ, ਜਿਸ ਨੇ ਕਮਾਇਆ, ਔਰ ਜਿਸ ਨੇ ਨਹੀਂ ਜਾਣਿਆ, ਜਿਸ ਨੇ ਨਹੀਂ ਕਮਾਇਆ, ਉਹ ਭਾਵੇਂ ਬੋਲਦਾ ਰਹੇ, ਉਹਦੇ ਨਾਲ ਕੁਛ ਨਹੀਂ ਹੁੰਦਾ। ਗੱਲੀ ਕਿਹਨੇ ਨਾ ਪਾਇਆ। ਇਹ ਗੱਲਾਂ ਵਿੱਚੋਂ ਥੋੜ੍ਹੀ ਲੱਭਣਾ ਹੈ। ਹਉਮੈ ਮਾਰ ਸਦਾ ਸੁਖ ਪਾਇਆ, ਮਾਇਆ ਮੋਹ ਚੁਕਾਵਣੀਆਂ, ਸੇਵਾ ਸੁਰਤ ਸਬਦ ਚਿਤ ਲਾਏ। ਇਹ ਗੱਲ ਲਾਈਟਲੀ ਨਹੀਂ ਲੈਣੀ ਹੈ। ਸੁਰਤ ਸ਼ਬਦ ਬੜਾ ਪਿਆਰਾ ਹੈ। ਇਕਾਗਰ ਮਨ ਦੀ ਗੱਲ ਹੋ ਰਹੀ ਹੈ। ਅਸੀਂ ਵੀ ਜੀਵਨ ਵਿੱਚ ਕੁਛ ਇਹੋ ਜਿਹਾ ਸਮਾਂ ਰੋਜ਼ ਦਈਏ ਕਿ ਰਿਲੈਕਸ ਹੋ ਜਾਈਏ, ਰਿਲੈਕਸ ਹੋ ਕੇ ਈਗੋ ਤੋਂ ਪਰੇ ਚਲੇ ਜਾਈਏ, ਇਕਾਗਰਤਾ ਵੱਲ ਮਨ ਜਾਣਾ ਸ਼ੁਰੂ ਹੋ ਜਾਏ। ਸਾਹਿਬ ਨੇ ਅੱਜ ਬੜੇ ਅੱਛੇ ਦਰਸ਼ਨ ਕਰਾਏ ਨੇ। ਅੱਜ ਦੀ ਵਿਚਾਰ ਆਪ ਇਤਨੀ ਪ੍ਰਵਾਨ ਕਰਨਾ, ਭੁੱਲਾਂ ਚੁੱਕਾਂ ਦੀ ਖਿਮਾ ਦੇਣਾ। ਕੋਈ ਅਗਰ ਕੋਈ ਵਿਚਾਰ ਜਾਂ ਪ੍ਰਸ਼ਨ ਪੁੱਛਣਾ ਚਾਹੇ, ਮੋਸਟ ਵੈਲਕਮ।